ਉਹ ਤੀਸਰਾ ਸ਼ਬਦ ਲੈ ਰਹੇ ਹਾਂ ਜਿਹੜੇ ਹਰੇਕ ਗੁਟਕੇ ਦੇ ਵਿੱਚ ਜਿਹੜਾ ਹੈਗਾ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਦੇ ਨਾਮ ਤੇ ਹੈਗਾ। ਇਹ ਵੀ ਰਾਮਕਲੀ ਰਾਗ ਦੇ ਵਿੱਚ ਹੀ ਹੈਗਾ। ਮਹਾਰਾਜ ਤਾਂ ਬਹੁਤ ਜਿਹੜੇ ਹੈਗੇ ਹਰੇਕ ਸਾਜ਼ ਨੂੰ ਵਜਾ ਲੈਂਦੇ ਸੀ, ਹਰੇਕ ਸਾਜ਼ ਨੂੰ ਸੁਰ ਕਰ ਲੈਂਦੇ ਸੀਗੇ। ਬਸ ਪਤਾ ਨਹੀਂ ਕਿੰਨੇ ਕੁ ਗੁਣ ਸੀਗੇ, ਕਿੰਨੀ ਫਾਰਸੀ ਵੀ ਜਾਣਦੇ ਸੀਗੇ। ਉਧਰ ਦੀ ਜਿਹੜੀ ਹੈਗੀ ਆ ਬਿਹਾਰੀ ਬੋਲੀ ਤਾਂ ਬਹੁਤ, ਬਿਹਾਰੀ ਦੇ ਬਹੁਤ ਹੀ ਉਹ ਤਾਂ ਪੂਰੀ ਉਹਨਾਂ ਦੀ ਉਹਦੇ 'ਚ ਝਲਕਦੀ ਸੀਗੀ। ਗੁਰਮੁਖੀ ਵੀ ਜਾਣਦੇ ਸੀਗੇ ਸਾਰੇ, ਮਤਲਬ ਜਿਹੜੇ ਹੈਗੇ ਉਹ ਤਾਂ ਯੁੱਗ ਪੁਰਸ਼ ਸੀਗੇ ਜੀ। ਐਸੇ ਯੁੱਗ ਨੂੰ ਪਲਟੀ ਕਰਨ ਵਾਲੇ ਐਸੇ ਗੁਰੂ ਆਪਾਂ ਨੂੰ ਮਿਲੇ। ਆਖਰੀ ਦੇ ਵਿੱਚ ਦੇਖ ਲਓ ਫਿਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜ ਲਾ ਕੇ ਜਿਹੜਾ ਹੈਗੇ ਪੂਰਾ ਜਿਹੜਾ ਹੈਗਾ ਉਹਨਾਂ ਨੇ ਦੇਹਧਾਰੀ ਗੁਰੂ ਦੀ ਪ੍ਰਣਾਲੀ ਜਿਹੜੀ ਨਿਬੇੜ ਦਿੱਤੀ। ਕਿਉਂਕਿ ਦੂਰੰਦਰਸ਼ੀ ਸੀਗੇ, ਉਹਨਾਂ ਨੂੰ ਪਤਾ ਸੀਗਾ ਬਈ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਜਿਹੜੀ ਹੈਗੇ ਇਹਦੇ ਵਿੱਚ ਸੰਗਤ ਦਾ ਜਿਹੜਾ ਹੈਗਾ ਕਾਣ ਹੋਣਾ ਹੈ। ਇਸ ਕਰਕੇ ਉਹਨਾਂ ਨੇ ਘੱਟ ਤੋਂ ਘੱਟ ਕਹਿੰਦੇ 5 ਹੋਣ ਤੇ ਉਹ 5 ਜੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਿਹੜੇ ਹੈਗੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਸਕਦੇ ਆ। ਆਪਾਂ ਨੇ ਇਹ ਰਸਮ ਕਾਹਦੀ? ਇਹ ਰਸਮ ਹੈਗੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ ਦੀ। ਵੀ ਅੱਜ ਤੋਂ ਮੈਂ ਜਿਹੜਾ ਹੈਗਾ ਇਹ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਇਹਨਾਂ ਨੂੰ ਮੈਂ ਆਪਣਾ ਗੁਰੂ ਮੰਨੂਗਾ। ਆਹ ਰਸਮ ਹੈਗੀ ਆ। ਰਾਮਕਲੀ ਪਾਤਸ਼ਾਹੀ 10ਵੀਂ ਪੁਰਾਣੀ ਪਰਮ ਪੁਰਖ ਪਗ ਲਾਗੋ। हे ਇਨਸਾਨ ਦੇਖ, ਤੇਰੇ ਕੋਲ ਪ੍ਰਾਣ ਸ਼ਕਤੀ ਹੈਗੇ ਆ, ਸਰੀਰ ਮਨੁੱਖ ਦਾ ਹੈਗਾ ਆ। ਇਸ ਕਰਕੇ ਸਭ ਤੋਂ ਪਹਿਲੀ ਗੱਲ ਜਿਹੜੀ ਹੈਗੀ ਆ, ਜੇ ਲਿਵ ਵਾਲੇ ਰਸਤੇ ਤੇ ਜੇ ਚੱਲਣਾ ਚਾਹੁੰਦਾ ਹੈ ਤੇ ਭਗਤੀ ਕਰਨੀ ਆ ਤੇ ਪਰਮ ਪੁਰਖ ਜਿਹੜਾ ਹੈਗਾ ਪਰਮਾਤਮਾ ਉਹਦੀ ਭਗਤੀ ਕਰਨੀ ਆ, ਉਹਦੇ ਚਰਣੀ ਲੱਗਣਾ ਹੈ। ਪ੍ਰਾਣੀ ਪਰਮ ਪੁਰਖ ਪਗ ਮਤਲਬ ਚਰਨ ਪੈਰ, परमात्मा की भगती करनी है। प्राणी परम पुरख पग लागो, सोवत कहाँ मोह निंद्रा में, कभू सुचित है जागो रहो। कहते कद तक जिहड़ा हैगा ये काल दी नींद जिहड़ी हैगी, काल की है माया, कद तक जिहड़ा हैगा माया दी नींद दे विच जिहड़ा हैगा मनुखी जून गवाउंदा रहेगा। कद तक जिहड़ा हैगा तेरे जिहड़ा हैगा उम्र मिली हुई आ, चांस मिलिया आ, ते किन्ने क सवास जिहड़े हैगे, किन्ने क दिन जिहड़े हैगे आ इहदे विच गवाएगा। सोवत कहाँ मोह निंद्रा में, ये काल जिहड़ा हैगा माया जिहड़ा हैगा इहदी फाही की हैगी, इहदी फाही मोह दी फाही हैगी आ। इहने आकार दे नाल, पदार्थां दे नाल, प्रकृति दे नाल मोह करके मोह ਦੀਆਂ ਧਾਰਾਂ ਦੇ ਨਾਲ ਆਪਾਂ ਨੂੰ ਇਹਨੇ ਬੰਨ ਲੈਣਾ ਹੈ, ਮੋਹ ਦੀ ਫਾਹੀ ਪਾ ਦੇਣੀ ਹੈ ਇਹਨੇ। ਕਹਿੰਦੇ ਕਦ ਤੱਕ ਸੁੱਤਾ ਰਹੇਗਾ, ਕਭੂ ਸੁਚਿਤ ਹੋਇ ਜਾਗੋ। ਕਹਿੰਦੇ ਕਦੀ ਤਾਂ ਜਿਹੜਾ ਹੈਗਾ ਮਨ ਦੇ ਵਿੱਚ ਪ੍ਰੇਮ ਦੇ ਨਾਲ ਪਰਮਾਤਮਾ ਦੀ ਭਗਤੀ ਵੱਲ ਨੂੰ ਕਦੀ ਤਾਂ ਚਿੱਤ ਨੂੰ ਲੈ ਕੇ ਚਲੇ ਜਾ, ਆਤਮਾ ਵੱਲ ਨੂੰ ਪ੍ਰੇਮ ਦੇ ਨਾਲ, ਕਦੀ ਤਾਂ ਪਿਆਰ ਦੇ ਨਾਲ ਜਿਹੜਾ ਹੈਗਾ ਇਹ ਧਿਆਨ ਸਿਮਰਨ ਵੱਲ ਰੁਚੀ ਲਗਾ ਲਾ। सोवत कहाँ मोह निंद्रा में, कभू सुचित होए जागो। हाहे दे थले वावा हैगा, वाह वावे नूं मात्रा लगदी हुंदी है, ਜਿਹੜਾ ਅੱਧਾ ਅੱਖਰ ਹੁੰਦਾ ਹੈ ਮਾਤਰਾ ਬੋਲਦੀ ਹੈ ਉਹਦੇ ਨਾਲ। सोवत कहाँ मोह निंद्रा में, कभू सुचित होए जागो रहाओ। औरन कह उपदेशत है पस, तोहे प्रबोध न लागो। देख की कर रहे हैं मेरे वर्गा जिहड़ा हैगा दूजिਆਂ ਨੂੰ ਉਪਦੇਸ਼ ਕਰਦਾ ਹੁੰਦਾ। ਕਹਿੰਦੇ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਪਸ਼ੂਆ, ਤੂੰ ਤਾਂ ਪਸ਼ੂ ਦਾ ਪਸ਼ੂ ਹੀ ਰਹਿ ਗਿਆ, ਤੇਰਾ ਮਨ ਤਾਂ ਪ੍ਰਬੋਧਿਆ ਨਹੀਂ ਗਿਆ, ਤੈਨੂੰ ਤਾਂ ਇਹ ਗਿਆਨ ਤੇ ਤੇਰੇ ਤਾਂ ਗਿਆਨ ਟੱਚ ਵੀ ਨਹੀਂ ਕੀਤਾ, ਤੈਨੂੰ ਤਾਂ ਗਿਆਨ ਦਾ ਕੋਈ ਇਹ ਗੱਲ ਜਿਹੜੀ ਹੈ ਤੇਰੇ ਤਾਂ ਕੋਈ ਇਹ ਲੱਗਿਆ ਹੀ ਨਹੀਂ ਜਿਹੜਾ ਗੁਰੂ ਦਾ ਤੀਰ ਹੈਗਾ, ਗੁਰੂ ਦਾ ਉਪਦੇਸ਼ ਹੈਗਾ, ਇਹ ਗੁਰੂ ਦੀ ਬਾਣੀ ਤੇਰੇ ਤਾਂ ਹਿਰਦੇ ਨੂੰ ਟੁੰਬੀ ਨਹੀਂ। औरन कह उपदेश तै पस, तोहे प्रबोध न लागो। सिंचित कहाँ परे बिखियन को, कह कभू बिखै रस त्यागो। कहते किथे ਜਿਹੜਾ ਹੈਗਾ ਤੂੰ ਜਿਹੜਾ ਹੈਗਾ
ਆਪਣੇ ਘਰ ਨੂੰ ਵਿਸ਼ੇ ਵਿਕਾਰਾਂ ਦੇ ਨਾਲ ਹੀ ਜਿਹੜਾ ਹੈਗਾ ਸਿੰਚੀ ਜਾ ਰਹੇ ਆ। ਵਿਸ਼ੇ ਵਿਕਾਰਾਂ ਦੇ ਵਿੱਚ ਹੀ ਪ੍ਰਾਣ ਸ਼ਕਤੀ ਪੂਰੀ ਦੀ ਪੂਰੀ ਖਤਮ ਕਰੀ ਜਾ ਰਹੇ ਆ। ਇਹ ਵਿਖਿਆਈ ਜਿਹੜੀ ਹੈਗੀ ਇਹਨਾਂ ਦੇ ਨਾਲ ਹੀ ਇਹ ਸਵਾਦਾਂ ਦੇ ਵਿੱਚ ਹੀ ਰਚਿਆ ਮਿਚਿਆ ਹੈਗਾ, ਔਰ ਸੰਤੋਸ਼ ਤੈਨੂੰ ਆ ਨਹੀਂ ਰਿਹਾ। ਜੀਵਨ ਤੇਰਾ ਜਿਹੜਾ ਹੈਗਾ ਖੁਸ਼ਹਾਲ ਨਹੀਂ ਹੈਗਾ, ਦੁੱਖ ਤਕਲੀਫਾਂ ਤੈਨੂੰ ਉਸ ਤਰ੍ਹਾਂ ਹੀ ਚੱਲ ਰਹੀਆਂ ਆ। ਸਿੰਚਤ ਕਹਾਂ ਪਰੇ ਵਿਖਿਅਨ ਕਹਿ ਕਭੂ ਵਿਖੈ ਰਸ ਤਿਆਗੋ। ਕਹਿੰਦੇ ਕਦੀ ਤਾਂ ਜਿਹੜਾ ਹੈਗਾ ਇਹ ਵਿਸ਼ੇ ਵਿਕਾਰ ਕਦੀ ਤਾਂ ਤਿਆਗ ਦੇ, ਇਹਨਾਂ ਨੂੰ ਕਦੀ ਤਾਂ ਤਿਆਗ ਦੇ। ਇੱਕ ਵਾਰੀ ਜਿਹੜਾ ਹੈਗਾ ਕਿੰਨਾ ਦੇਖੋ ਖਾਣ ਦਾ ਹੈਗਾ, ਖਾਈ ਜਾਓ ਖਾਈ ਜਾਓ ਖਾਈ ਜਾਓ, ਸਵਾਦ ਤੋਂ ਸਵਾਦ ਸਵਾਦ ਤੋਂ ਸਵਾਦ, ਫਿਰ ਵੀ ਜਿਹੜਾ ਹੈਗਾ ਤ੍ਰਿਪਤੀ ਤਾਂ ਆਉਂਦੀ ਨਹੀਂ ਪਾਈ, ਉਲਟੀ ਆ ਜਾਏਗੀ, ਤ੍ਰਿਪਤੀ ਨਹੀਂ ਆਏਗੀ। ਔਰ ਦੂਸਰੇ ਦਿਨ ਫਿਰ ਓਨੀ ਦੀ ਓਨੀ, ਫਿਰ ਭੁੱਖ ਉਸ ਤਰ੍ਹਾਂ ਬਰਕਰਾਰ, ਸਗੋਂ ਜ਼ਿਆਦਾ। ਸਿੰਚਤ ਕਹਾਂ ਪਰੇ ਵਿਖਿਅਨ ਕਹਿ। ਐਸੇ ਤਰੀਕੇ ਦੇ ਨਾਲ ਸਾਰੀਆਂ ਜਿਹੜੀਆਂ ਹੈਗੀਆਂ ਇੰਦਰੀਆਂ ਐਸੇ ਤਰੀਕੇ ਦੇ ਨਾਲ ਹੈਗੀਆਂ, ਰਸਾਂ ਦੇ ਨਾਲ ਹੀ ਹੈਗੀਆਂ। ਇਹਨਾਂ ਦੇ ਆਪਣੇ ਆਪਣੇ ਰਸ ਹੈਗੇ ਆ, ਔਰ ਉਸ ਰਸ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਆਪਾਂ ਮਨ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਇਹ ਫਾਹੀ ਲਾ ਕੇ ਰੱਖੀ ਹੋਈ ਹੈ, ਖਿੱਚ ਲਾਈ ਹੋਈ ਹੈ, ਮਨ ਨੂੰ ਹਿੱਲਣ ਨਹੀਂ ਦਿੰਦੀ ਰੱਬ ਵਾਲੇ ਪਾਸੇ ਨੂੰ। ਸਿੰਚਤ ਕਹਾਂ ਪਰੇ ਵਿਖਿਅਨ ਕਹਿ ਕਭੂ ਵਿਖੈ ਰਸ ਤਿਆਗੋ। ਕੇਵਲ ਕਰਮ ਭਰਮ ਸੇ ਜਾਨੋ ਚੀਨੋ, ਕੇਵਲ ਕਰਮ ਭਰਮ ਸੇ ਜੀਨੋ। ਕਹਿੰਦੇ ਜੇ ਕੱਲੇ ਜਿਹੜੇ ਹੈਗੇ ਆ ਕਰਮ ਕਾਂਡ ਕਰੀ ਜਾ ਰਹੇ ਆ, ਇਹ ਤੇਰੇ ਮਨ ਨੂੰ ਮੁਗਾਲਤਾ ਹੈਗਾ, ਤੇਰੇ ਮਨ ਨੂੰ ਜਿਹੜਾ ਹੈਗਾ ਧੋਖਾ ਹੈਗਾ, ਇਹ ਭਰਮ ਆ ਪਿਆਰਿਆ। ਜੇ ਤੂੰ ਸੋਚਦਾ ਹੈ ਵੀ ਕਰਮ ਕਾਂਡਾਂ ਦੇ ਨਾਲ ਮੈਂ ਰੱਬ ਦੇ ਨੇੜੇ ਹੋ ਜਾਊਂਗਾ, ਆਹ ਭਗਤੀ ਹੈਗੀ, ਤੇ ਪਿਆਰਿਆ ਬਾਹਰਲਾ ਸਰੀਰਿਕ ਭਗਤੀ ਸਰੀਰ ਦੀ ਨਹੀਂ ਹੈਗੀ ਮਿੱਤਰਾ, ਭਗਤੀ ਸਰੀਰ ਦੀ ਨਹੀਂ ਹੈਗੀ। ਇਹ ਕਰਮ ਭਰਮ ਆ, ਧੋਖਾ ਹੈਗਾ, ਫਸਿਆ ਹੋਇਆ ਘੁੱਗੀ ਵਾਂਗੂ। ਅੱਖਾਂ ਬੰਦ ਕਰ ਲੀਆਂ ਬਿੱਲੀ, ਹੁਣ ਤੂੰ ਮੈਨੂੰ ਕਿਵੇਂ ਖਾਏਂਗੀ? ਇਹ ਭਰਮ ਆ ਪਿਆਰਿਆ, ਭਰਮ ਆ। ਕੇਵਲ ਕਰਮ ਪਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਦੇਖ ਧਰਮ ਵਾਲਾ ਕੰਮ ਜਿਹੜਾ ਹੈਗਾ ਉਹ ਪਿਆਰ ਦੇ ਨਾਲ ਕਰ, ਉਹਦੇ ਨਾਲ ਪਿਆਰ ਪਾ ਅੰਦਰ, ਮਨ ਦੀ ਭਗਤੀ, ਧਿਆਨ ਸਿਮਰਨ। ਕੇਵਲ ਕਰਮ ਪਰਮ ਸੇ ਚੀਨੋ। ਉਹਨਾਂ ਨੂੰ ਸਮਝ ਲਓ ਭਰਮ ਹੈਗੇ, ਕੇਵਲ ਕਰਮ ਕਾਂਡ ਭਰਮ ਹੈਗੇ। ਪਰਮਾਤਮਾ ਫਿਜ਼ੀਕਲ ਨਹੀਂ ਹੈਗਾ, ਮੈਟਰ ਨਹੀਂ ਹੈਗਾ, ਪਦਾਰਥ ਨਹੀਂ ਹੈਗਾ, ਆਕਾਰ ਨਹੀਂ ਹੈਗਾ। ਦੁਨੀਆ ਦੇ ਵਿੱਚ ਜਿਹੜਾ ਦਿਸ ਰਿਹਾ ਆ, ਕੋਈ ਪਰਮਾਤਮਾ ਨੂੰ ਨਹੀਂ, ਕੋਈ ਵੀ ਚੀਜ਼ ਦੁਨੀਆ ਦਾ ਮੈਟਰ ਪਰਮਾਤਮਾ ਨਹੀਂ ਬਣ ਸਕਦਾ। ਕੇਵਲ ਕਰਮ ਪਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਦੇਖ ਲਓ ਭਾਈ, ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਇਹਦਾ ਸਿਮਰਨ ਕਰੋ, ਸਮਰਨ ਕਰੋ, ਪਰਮੇਸ਼ਰ ਨੂੰ, ਮਾਲਕ ਨੂੰ ਯਾਦ ਕਰੋ। ਆਹ ਚੀਜ਼ ਹੈਗੀ ਆ, ਇਹਦਾ ਇਕੱਠਾ ਕਰੋ ਧਨ। ਆਹ ਧਨ ਹੈਗਾ, ਇਸ ਧਨ ਨੇ ਨਾਮ ਨਾਲ ਜਾਣਾ ਹੈ ਆਪਣੇ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਔਰ ਜਿਹੜੇ ਪਰਮ ਪਾਪ ਹੈਗੇ ਆ, ਜਿਹੜੇ ਸਭ ਤੋਂ ਵੱਡਾ ਪਾਪ ਤਾਂ ਹੈਗਾ ਕਿਸੇ ਦਾ ਵੀ ਦਿਲ ਦੁਖਾ ਦੇਣਾ। ਇਹ ਸਭ ਤੋਂ ਵੱਡਾ ਪਾਪ ਹੈ ਭਾਈ, ਕਿਸੇ ਦਾ ਵੀ ਦਿਲ ਦੁਖਾਉਣਾ ਸਭ ਤੋਂ ਵੱਡਾ ਪਾਪ ਹੈ। ਬਾਕੀ ਸਾਰੇ, ਕਿਉਂਕਿ ਜਿਹਦਾ ਵੀ ਕਿਸੇ ਦਾ ਦਿਲ ਦੁਖ ਗਿਆ ਉਹ ਪਾਪ ਆ। ਕਿਸੇ ਨੂੰ ਆਪਾਂ ਨੇ ਧੋਖਾ ਦੇ ਦਿੱਤਾ, ਸਾਰਾ ਜਿਹੜਾ ਹੈਗਾ ਇਹ ਸਾਰੇ ਪਾਪਾਂ ਦੇ ਵਿੱਚ ਆ ਜਾਂਦੇ ਆ ਭਾਈ। ਕਹਿੰਦੇ ਛੱਡ ਦੇ ਇਹਨਾਂ ਨੂੰ, ਤਜ ਭਾਗੋ, ਭੱਜ ਜਾ ਇਹਨਾਂ ਤੋਂ, ਛੱਡ ਦੇ ਇਹਨਾਂ ਤੋਂ, ਦੂਰ ਹੋ ਜਾ ਇਹਨਾਂ ਤੋਂ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮੇਸ਼ਰ ਦਾ ਸਿਮਰਨ, ਇਹ ਧਨ ਇਕੱਠਾ ਕਰ, ਇਹਦਾ ਸੰਗ੍ਰਹਿ ਕਰ, ਆਪਣੇ ਅੰਦਰ ਲਿਆ ਇਸ ਧਨ ਨੂੰ, ਇਹ ਧਨ ਯੂਜ਼ ਕਰ। ਸਿਮਰਨ ਜਿਹੜਾ ਹੈਗਾ, ਕਿਉਂਕਿ ਕਾਲ ਜਿਹੜਾ ਹੈਗਾ, ਕਾਲ ਨੇ 24 ਘੰਟੇ ਦੇਖੋ ਆਪਾਂ ਜਿਹੜੇ ਹੈਗੇ ਕਾਲ ਦੇ ਵਿੱਚ ਹੈ। ਕਾਲ ਕੀ ਹੈਗਾ? ਕਾਲ ਹੈਗਾ ਇਹ ਜਿਹੜੀ ਪ੍ਰਕਿਰਤੀ ਇਹ ਕਾਲ ਹੈਗੀ ਆ, ਇਹੀ ਆਪਾਂ ਨੂੰ ਆਪਣੀ ਮਨੁੱਖੀ ਜੂਨ ਜਿਹੜੀ ਹੈ ਖਾ ਜਾਂਦੀ ਹੈ। ਆਪਣੀ ਪ੍ਰਕਿਰਤੀ ਜਿਹੜੇ ਹੈਗੇ ਇਹਦੇ ਵਿੱਚ ਜਿਹੜਾ ਜੋ ਦਿਸ ਰਿਹਾ ਆਕਾਰ ਪਦਾਰਥ ਚੋਗਾ ਜਿਹੜਾ ਪਿਆ ਹੋਇਆ ਆ, ਇਹੀ ਕਾਲ ਹੈਗਾ ਭਾਈ। ਇਹਦੇ ਨਾਲ ਹੀ ਆਪਣਾ ਜਿਹੜਾ ਹੈਗਾ ਪਿਆਰ ਹੈਗਾ ਬਸ। ਇਸ ਤੋਂ ਔਰ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਗਏ ਤੇ ਇਹ ਤਾਂ ਇਹਨਾਂ ਨੇ ਤਾਂ ਆਪਾਂ ਨੂੰ ਜਿਹੜਾ ਖੁਆਰੀ ਕਰਨੀ ਹੈ। ਨਾਰਮਲ ਰੂਟੀਨ ਦੇ ਵਿੱਚ ਆਪਾਂ ਨੇ 24 ਘੰਟੇ ਜਿਹੜਾ ਹੈਗਾ ਦੁਨੀਆ ਦੇ ਵਿੱਚ ਰਹਿਣਾ ਆ। ਇਹਦੇ ਵਿੱਚ ਜਿਹੜਾ ਹੈਗਾ ਅਚਨਚੇਤ ਵੀ ਕਈ ਚੀਜ਼ਾਂ ਆ ਜਾਂਦੀਆਂ ਹੈ, ਉਹ ਆਪਾਂ ਨੂੰ ਜਕੜ ਲੈਂਦੀਆਂ ਆ। ਉਹਨਾਂ ਤੋਂ ਬਚਣਾ ਹੈਗਾ ਭਾਈ, ਤੇ ਉਹ ਵਿਚਾਰ ਆ, ਵਿਚਾਰਾਂ ਤੋਂ ਬਚਣ ਵਾਸਤੇ ਧਿਆਨ ਸਿਮਰਨ ਹੈਗਾ।
ਇਹਦੇ ਨਾਲ ਆਪਾਂ ਬਚ ਸਕਦੇ ਹਾਂ। ਇਹਨੂੰ ਸਿਮਰਨ ਕਹਿ ਰਹੇ। ਇਸ ਕਰਕੇ ਮਹਾਰਾਜ ਕਹਿੰਦੇ ਸੰਗ੍ਰਹਿ ਕਰੋ ਸਦਾ ਸਿਮਰਨ ਕੋ। ਸਿਮਰਨ ਦੀ ਆਦਤ ਪਾ। ਜੇ ਤੂੰ ਵਿਚਾਰਾਂ ਦੇ ਜਾਲ ਦੇ ਵਿੱਚ, ਕਿੰਨੇ ਵੀ ਜਾਲ ਦੇ ਵਿੱਚ, ਕਿੰਨਾ ਵੀ ਦੁੱਖ ਦੇ ਜਾਲ ਹੈ ਫਸਿਆ ਹੋਇਆ ਹੈ, ਉਸੇ ਵੇਲੇ ਜਿਹੜਾ ਹੈਗਾ ਮਾਲਕ ਨੂੰ ਯਾਦ ਕਰ ਲਾ, ਧਿਆਨ ਜਿਹੜਾ ਹੈਗਾ ਅੰਦਰ ਲੈ ਜਾ, ਉਸੇ ਵੇਲੇ ਛੁੱਟ ਜਾਏਗਾ। ਇਹ ਪਾਤਸ਼ਾਹੀ ਇਸੇ ਪਾਤਸ਼ਾਹੀ ਦਾ ਹੈਗਾ। ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ਨਾ ਆਇਓ। ਏਕ ਚਿੱਤ, ਇੱਕ ਚਿੱਤ, ਜਿਹਨੇ ਇੱਕ ਛਿਨ ਵਾਸਤੇ ਵੀ ਮਾਲਕ ਨੂੰ ਇੱਕ ਚਿੱਤ ਹੋ ਗਿਆ, ਤੇ ਕਹਿੰਦੇ ਕਾਲ ਦੀ ਫਾਹੀ ਜਿਹੜੀ ਹੈਗੀ ਉਹਨੂੰ ਨਹੀਂ ਜਕੜ ਪਾਏਗੀ ਭਾਈ। ਜਿਹਨੇ ਆਪਣਾ ਵਿਚਾਰ ਹੀ ਬੰਦ ਕਰ ਲਏ ਤੇ ਕਾਲ ਦੀ ਫਾਹੀ ਤਾਂ ਵਿਚਾਰਾਂ ਦੀ ਹੈਗੀ ਆ, ਉਸੇ ਵੇਲੇ ਜਿਹੜਾ ਹੈਗਾ ਉਧਰੋਂ ਜਿਹੜਾ ਹੈਗਾ ਉਹਦਾ ਧਿਆਨ ਦੂਸਰੇ ਪਾਸੇ ਹੋ ਜਾਏਗਾ, ਪਰਮਾਤਮਾ ਵੱਲ ਹੋ ਜਾਏਗਾ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, परम पाप तज भागो, जाते दुख पाप न पेटै, काल जाल ते तागो। कहते जे ਜਿਹਦੇ ਨਾਲ ਇਹ ਦੁੱਖ ਪਾਪ ਜਿਹੜੇ ਹੈਗੇ ਤੇਰੇ ਨੇੜੇ ਨਾ ਆਉਣ, ਤੇਰੇ ਜੀਵਨ ਦੇ ਵਿੱਚ ਨਾ ਆਉਣ, ਤੇਰੀ ਯਾਤਰਾ ਦੇ ਵਿੱਚ ਤੈਨੂੰ ਜਿਹੜਾ ਹੈਗਾ ਡਿਸਟਰੈਕਟ, ਤੈਨੂੰ ਜਿਹੜਾ ਹੈਗਾ ਤੇਰੀ ਯਾਤਰਾ ਨੂੰ ਜਿਹੜਾ ਹੈਗਾ ਪ੍ਰਭਾਵਿਤ ਨਾ ਕਰ ਸਕਣ। ਕਾਲ ਜਾਲ ਤੇ ਤਾਗੋ, ਕਾਲ ਜਾਲ ਦੇ ਤਾਗੋ ਮਤਲਬ ਕਾਲ ਦੇ ਜਾਲ ਨੂੰ ਸਮਝ ਲਾ। ਇਹ ਵਿਚਾਰਾਂ ਦਾ ਜਾਲ ਜਿਹੜਾ ਹੈਗਾ ਇਹਨੂੰ ਸਮਝ ਲਾ। ਇਹ ਕਾਲ ਜਿਹੜਾ ਹੈਗਾ ਇਹਨੇ ਵਿਚਾਰਾਂ ਦੇ ਦੁਆਰਾ ਜਾਲ ਪਾਉਣਾ ਹੈ, ਤੇਰੇ ਪਦਾਰਥਾਂ ਦੇ ਦੁਆਰਾ ਜਾਲ ਪਾਉਣਾ, ਆਕਾਰ ਦੇ ਦੁਆਰਾ ਇਹਨੇ ਜਾਲ ਮੋਹ ਦਾ ਪਾਉਣਾ ਹੈ। ਇਸ ਨੂੰ ਸਮਝ ਲਾ। ਜੋ ਸੁਖ ਚਾਹੋ ਸਦਾ ਸਭਨ ਕੋ, ਤੋ ਹਰ ਕੇ ਰਸ ਭਾਗੋ। ਦੇਖ ਲਾ ਪਿਆਰਿਆ, ਜੇ ਹਮੇਸ਼ਾ ਵਾਸਤੇ ਸੁਖੀ ਹੋਣਾ ਚਾਹੁੰਦਾ ਆ, ਹਰ ਹਮੇਸ਼ਾ ਵਾਸਤੇ ਹਰ ਅੰਗ ਤੋਂ ਸੁਖੀ ਹੋਣਾ ਚਾਹੁੰਦਾ, ਹਰ ਪਾਸੇ ਤੋਂ ਸੁਖੀ ਹੋਣਾ ਚਾਹੁੰਦਾ ਆ, ਤੇ ਪਰਮਾਤਮਾ ਦੇ ਨਾਲ ਪਿਆਰ ਪਾਉਣਾ ਸਿੱਖ ਲਾ। ਬ੍ਰਹਮ ਗਿਆਨ ਲੈ ਕੇ, ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਨਾਲ ਪਿਆਰ ਪਾਉਣਾ ਸਿੱਖ ਲਾ। ਹਮੇਸ਼ਾ ਵਾਸਤੇ ਸੁਖੀ ਹੋ ਜਾਏਗਾ। ਇਹ ਪ੍ਰੇਮਾ ਭਗਤੀ ਦੇ ਦੁਆਰਾ ਹੀ ਹਮੇਸ਼ਾ ਵਾਸਤੇ ਸੁਖੀ ਹੋ ਸਕਦਾ ਹੈ। ਹਾਂਜੀ गोरखी साहब आए तो सीगे गोरखी साहब शायद। हाँ जी गिल साहब, गोरखी साहब फिर छड़ गए, मैं देखे सी शायद, पता नहीं भुलेखा ना होए। हाँ जी संगत जी, मैनू मतलब मैं सोच रहा भी अपने निश्चित साहब ने मेरा नाम पिक किया, ਇਹਦਾ ਕਾਰਨ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਮਤਲਬ ਕਦੇ ਵਿਆਖਿਆ ਨਹੀਂ ਕੀਤੀ ਜੀ। ਤੇ ਮੇਰੇ ਹੱਥ ਕੰਬ ਰਹੇ ਨੇ ਤੇ ਨਹੀਂ ਕੋਈ ਨਹੀਂ ਵੀਰ ਜੀ, ਕੁਛ ਨਹੀਂ ਹੈ, ਕੋਈ ਨਹੀਂ ਹੈ, ਬੋਲੋ ਜੋ ਤੁਹਾਡੇ ਅੰਦਰ ਹੈਗਾ ਬੋਲੋ। ਪੁਰਾਣੀ ਪਰਮਪੁਰ ਪਗ ਲਾਗੂ। ਹਾਂ ਜੀ ਤੁਸੀਂ ਪੁਰਾਣੀ परम पुरख पग लागो। हाँ जी हाँ देखो गुरु साहब फरमा रहे ने भी मनुख नूं प्राणी जिहड़ा प्राण जिवें अपने हुंदे आ, आपां प्राणी आ सारे। बिल्कुल गुरु साहब कह रहे ने भी परमात्मा दे चरनां दे नाल लगो। हाँ सोबत कहा मोह निंद्रा में कहूं ਸੁਚਿਤ ਹੈ ਜਾਗੋ। ਹਾਂ ਹੁਣ ਪਰਮਾਤਮਾ ਦੇ ਚਰਨ ਜਿਹੜੇ ਹੈਗੇ ਵੀਰ ਜੀ, ਪਰਮਾਤਮਾ ਦੇ ਚਰਨ ਜਿਹੜੇ ਹੈਗੇ ਉਹ ਹੈਗੇ ਆਪਣੇ ਹਿਰਦੇ ਚਰਨ। ਸ਼ਬਦ ਸਤਿਗੁਰ ਕੋ ਜਨ ਨਾਨਕ ਬਾਂਧਿਓ ਪਾਲ। ਪਰਮਾਤਮਾ ਦੇ ਚਰਨ ਸ਼ਬਦ ਰੂਪੀ ਚਰਨ ਹੈਗੇ। ਪਰਮਾਤਮਾ ਜਿਹੜਾ ਹੈਗਾ ਪੰਜਾਂ ਤੱਤਾਂ ਦੇ ਵਿੱਚ ਨਹੀਂ ਹੈਗਾ, ਤੇ ਉਹਦੇ ਚਰਨ ਵੀ ਜਿਹੜੇ ਹੈਗੇ ਸ਼ਬਦ ਰੂਪੀ ਹੈਗੇ। ਹਾਂਜੀ ਤੇ ਸੋਵਤ ਕਹਾ ਮੋਹ ਨਿੰਦਰਾ ਮੈਂ ਕਬਹੂ ਸੁਚਿਤ ਹੋਵੇ ਜਾਗੋ। ਹਾਂਜੀ ਕਹਿੰਦੇ ਬਈ ਸੌਣ ਦੇ ਪਿਆਰ ਦੇ ਵਿੱਚ ਹੀ ਮਤਲਬ ਸਾਰਾ ਸਮਾਂ ਨਹੀਂ ਮਨੁੱਖ ਨੂੰ ਕੱਢ ਦੇਣਾ ਚਾਹੀਦਾ। ਹਾਂ ਕਦੇ ਮਾਇਆ ਦਾ ਮੋਹ ਹੈ ਨਾ ਇਹਦੇ ਵਿੱਚ, ਚੇਤ ਹੋਣਾ ਚਾਹੀਦਾ ਤੇ ਜਾਗਣਾ ਚਾਹੀਦਾ ਲਾਈਫ ਦੇ ਵਿੱਚ। ਬਿਲਕੁਲ ਜਿਵੇਂ ਆਪਾਂ ਹੁਣ ਸਾਰੀ ਸੰਗਤ ਲੱਗੀ ਹੋਈ ਆ। ਬਿਲਕੁਲ ਔਰਨ ਕੈ ਉਪਦੇਸ਼ਿਤ ਹੈ ਬਸ
ਤੋਹੇ ਪ੍ਰਭੂਤ ਨਾ ਲਾਗੋ। ਕਹਿੰਦੇ ਵੀ ਉਹ ਦੂਜਿਆਂ ਨੂੰ ਉਪਦੇਸ਼ ਕਰਨ ਤੋਂ ਪਹਿਲਾਂ, ਜਿਵੇਂ ਆਪਾਂ ਦੇਖਦੇ ਹਾਂ ਬਹੁਤ ਲੋਕ ਉਪਦੇਸ਼ ਹੀ ਕਰੀ ਜਾਂਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਪਸ਼ੂ ਬਈ ਤੂੰ ਉਪਦੇਸ਼ ਤਾਂ ਲੋਕਾਂ ਨੂੰ ਕਰੀ ਜਾਂਦਾ, ਪਰ ਆਪ ਦੇ ਵੱਲ ਵੀ ਦੇਖ, ਤੋਹੇ ਪ੍ਰਭੂਤ ਨਾ ਲਾਗੋ। ਤੇਰੇ ਅੰਦਰ ਹਾਂਜੀ ਲਾਗੀ ਨਹੀਂ, ਤੇਰੇ ਅੰਦਰ ਵੀ ਤੈਨੂੰ ਪਤਾ ਹੋਣਾ ਚਾਹੀਦਾ ਵੀ ਮਤਲਬ ਕੀ ਚੱਲ ਰਿਹਾ ਹਰ ਟਾਈਮ, ਜਿਹੜਾ ਕਿ ਆਪਾਂ ਨੂੰ ਪਤਾ ਲੱਗ ਰਿਹਾ ਜਦੋਂ ਆਪਾਂ ਸਿਮਰਨ ਕਰਨ ਲੱਗਦੇ ਹਾਂ। ਸੰਚਿਤ ਕਹਾਂ ਪਰੇ ਵਿਖਿਆਨ ਕਹਿ, ਕਬਹੂ ਵਿਖੇ ਰਸ ਤਿਆਗੋ। ਕਹਿੰਦੇ ਹਾਂਜੀ ਵੀਰ ਜੀ ਇਹ ਦੱਸੋ। ਹਾਂਜੀ ਮਹਾਰਾਜ ਕਹਿੰਦੇ ਪਹਿਲਾਂ ਤਾਂ ਔਰਨ ਕਹਿ ਉਪਦੇਸ਼ ਹੈ, ਪਰ ਕਹਿੰਦੇ ਦੂਸਰਿਆਂ ਨੂੰ ਤਾਂ ਉਪਦੇਸ਼ ਕਰੀ ਜਾਂਦੇ ਆ, ਔਰ ਤੂੰ ਉਸ ਉਪਦੇਸ਼ ਦੇ ਅਨੁਸਾਰ ਚੱਲ ਨਹੀਂ ਰਿਹਾ। ਤੈਨੂੰ ਉਹ ਉਪਦੇਸ਼ ਤੇਰੇ ਅੰਦਰ ਜਿਹੜਾ ਹੈਗਾ ਕੋਈ ਉਹ ਉਪਦੇਸ਼ ਦਾ ਕੋਈ ਅਸਰ ਹੀ ਨਹੀਂ ਹੋ ਰਿਹਾ ਤੇਰੇ ਉੱਤੇ, ਔਰ ਤੂੰ ਤਾਂ ਹਾਲੇ ਵੀ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਨੂੰ ਹੀ ਇਕੱਠਾ ਕਰੀ ਜਾ ਰਿਹਾ ਹੈ। ਉਹਨਾਂ ਨੂੰ ਹੀ ਉਹੀ ਆਪਣੇ ਅੰਦਰ ਜਿਹੜਾ ਹੈਗਾ ਉਹਨਾਂ ਨੂੰ ਹੀ ਪਾਣੀ ਦੇ ਰਿਹਾ ਹੈ, ਵਿਸ਼ੇ ਵਿਕਾਰਾਂ ਨੂੰ ਹੀ ਸਿੰਜੀ ਜਾ ਰਹੇ ਆ। ਵਿਸ਼ੇ ਵਿਕਾਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੇ ਅੰਦਰ ਵਿਸ਼ੇ ਵਿਕਾਰ ਹੈ, ਕਹਿੰਦੇ ਇਹਨਾਂ ਨੂੰ ਹੀ ਜਿਹੜਾ ਹੈਗਾ ਪੱਠੇ ਪਾਏ ਜਾ ਰਹੇ ਆ, ਇਹਨਾਂ ਨੂੰ ਪਾਣੀ ਇਹ ਫਸਲ ਬੀਜੀ ਜਾ ਰਹੇ ਤੂੰ। ਹਾਂਜੀ ਵੀਰ ਜੀ ਹਾਂ, ਮੋਸਟਲੀ ਇਹ ਬਿਲਕੁਲ ਸਹੀ ਗੱਲ ਆ। ਹੁਣ ਆਪਾਂ ਸਾਰੇ ਹਨਾ ਜਿੰਨਾ ਚਿਰ ਆਪਾਂ ਦੇਖੋ 24 ਆਵਰਸ ਹੁੰਦੇ ਨੇ ਆਪਣੇ ਕੋਲੇ, ਮੋਸਟ ਆਪਾਂ ਥੋੜਾ ਟਾਈਮ ਸਪੈਂਡ ਕਰਦੇ ਆ। ਮੋਸਟ ਆਫ ਦਾ ਟਾਈਮ ਆਪਾਂ ਦੇਖ ਲਓ ਦੂਸਰੇ ਕੰਮਕਾਰ ਵੀ ਚਲੋ ਕਰਨੇ ਨੇ, ਪਰ ਵਿਸ਼ੇ ਵਿਕਾਰ ਵੀ ਆਪਾਂ ਕਰੀ ਜਾਂਦੇ ਆ ਹਨਾ। ਤੇ ਇਹੀ ਗੁਰੂ ਸਾਹਿਬ ਕਹਿ ਰਹੇ ਨੇ, ਸੰਚਿਤ ਕਹਾਂ ਪਰੇ ਵਿਖਿਆਨ ਕਹਿ, ਕਬਹੂ ਵਿਖੇ ਰਸ ਤਿਆਗੋ। ਵੀ ਕਦੇ ਤਾਂ ਇਹਨਾਂ ਨੂੰ ਛੱਡ ਹਨਾ। ਹਾਂਜੀ ਬਿਲਕੁਲ, ਹਾਂਜੀ ਕੱਲਾ ਸਾਰੀ ਉਮਰ ਆਪਦੀ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਨਾ ਕੱਢ ਦੇਵੀਂ। ਬਿਲਕੁਲ। ਗੋਰਖੀ ਸਾਹਿਬ ਆ ਗਏ ਆ, ਫਤਿਹ ਬੁਲਾ ਦੀ। ਆਜੋ ਗੋਰਖੀ। ਚਲੋ ਠੀਕ ਆ ਜੀ, ਗੁਰੂ ਨੇ ਮੇਰੀ ਅਰਦਾਸ ਸੁਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਰਖੀ ਸਾਹਿਬ ਨਿੱਜਰ ਸਾਹਿਬ ਮੇਰਾ ਤੇ ਨੈਟਵਰਕ ਹੀ ਡਾਊਨ ਆ, ਤੁਸੀਂ ਲੱਗਦਾ ਕੰਟੀਨਿਊ ਰੱਖੋ। ਨਹੀਂ ਤੁਹਾਡਾ ਚੱਲ ਗਿਆ, ਆ ਗਿਆ ਸਾਡੇ ਕੋਲ ਨੈਟਵਰਕ। ਵੀਰ ਜੀ ਤੁਸੀਂ ਚੱਲੋ ਜੀ, ਤੁਸੀਂ ਕਰੋ। ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ ਆ ਰਹੀ ਹੈ, ਤੁਹਾਡੀ ਆਵਾਜ਼ ਵਧੀਆ ਆ ਰਹੀ ਸਾਨੂੰ। ਹਾਂਜੀ ਨਹੀਂ ਮੇਰੀ ਆਵਾਜ਼ ਆ ਰਹੀ ਹੈ ਸੱਚੀ? ਹਾਂਜੀ ਬਹੁਤ ਵਧੀਆ ਆ ਰਹੀ ਹੈ ਜੀ, ਬਹੁਤ ਵਧੀਆ ਜੀ। ਆਉਂਦੀ ਠੀਕ ਨੇ ਤੇ ਰਾਜ ਸਾਹਿਬ ਨੂੰ ਹੀ ਨਹੀਂ ਆ ਰਹੀ ਹੈ ਜੀ, ਕੰਟੀਨਿਊ ਆ ਰਹੀ ਹੈ ਜੀ, ਆ ਰਹੀ ਹੈ ਤੁਹਾਡੀ ਆਵਾਜ਼। ਵੀਰ ਜੀ ਤੁਸੀਂ ਚੱਲੋ, ਤੁਸੀਂ ਨੈਟਵਰਕ ਬਹੁਤ ਵਧੀਆ ਚੱਲ ਰਿਹਾ ਵੀਰ ਜੀ। ਚਲੋ ਟਰਾਈ ਕਰਦੇ ਆਪਾਂ। ਹਾਂਜੀ ਨਿੱਜਰ ਸਾਹਿਬ ਅੰਗ ਨੰਬਰ ਦੱਸ ਦਿਓ। ਤੇ ਜਿਹੜਾ ਹੈਗਾ ਸ਼ਬਦ ਹੈਗਾ ਜੀ, ਪ੍ਰਾਨੀ ਪਰਮ ਪੁਰਖ ਪਗ ਲਾਗੋ। ਪ੍ਰਾਨੀ ਪਰਮ ਪੁਰਖ ਪਗ ਲਾਗੋ। ਦੇਖੋ ਜੀ ਪੋਇਟਰੀ ਕਹਿੰਦੇ ਜੀ ਯਮਕ ਅਲੰਕਾਰ ਹੋ ਜਾਂਦਾ ਜੇ ਇੱਕ ਅੱਖਰ ਜਿਹੜਾ ਹੈਗਾ ਜਿਹੜਾ ਇੱਕ ਅੱਖਰ ਤੋਂ ਦੋ ਸ਼ਬਦ ਹੋਣ ਤੇ ਯਮਕ ਅਲੰਕਾਰ ਹੋ ਜਾਂਦਾ। ਲਓ ਇੱਥੇ ਦੇਖ ਲਓ ਭਾਈ, 4 ਅੱਖਰ ਇੱਕੋ ਪੱਪੇ ਤੋਂ 4 ਅੱਖਰ ਹੈਗੇ। ਪੱਪੇ ਪਾ ਦੋ, 4 ਪੱਪੇ ਪਾ ਦੋ ਜੀ ਗੋਰਖੀ ਸਾਹਿਬ, ਆ ਜਾਏਗਾ ਸ਼ਬਦ ਪ੍ਰਾਨੀ ਪਰਮ ਪੁਰਖ ਪਗ ਲਾਗੋ। ਇਹ 10ਵੀਂ ਪਾਤਸ਼ਾਹੀ ਦਾ ਸ਼ਬਦ ਹੈ ਜੀ। ਉਹਨਾਂ ਦੇ ਗੋਰਖੀ ਸਾਹਿਬ ਦਾ ਕਨੈਕਸ਼ਨ ਜਿਹੜਾ ਹੈਗਾ ਟੁੱਟ ਗਿਆ ਜੀ। ਫਿਰ ਆ ਜਾਂਦੇ ਆ ਜੀ, ਜਦ ਤੱਕ ਆਪਾਂ ਚੱਲੀਏ ਕਰੀਏ। ਪੁਰਾਣੀ ਪਰਮ ਪੁਰਖ ਪਗ ਲਾਗੋ। ਤੇ ਇਹ ਨਾ ਕਿਸੇ ਦਾ ਮਾਈਕ ਜਿਹੜਾ ਨਾ ਮਾਈਕ ਔਰ ਸਪੀਕਰ ਦੋ ਨਾ ਖੋਲੋ ਜੀ। ਪੁਰਾਣੀ परम पुरख पग लागो, सोवत कहाँ मोह निंद्रा में, कभू सुचित होए जागो। कहते मोह दी ये माया दे मोह दी नींद, ये पदार्थां दे आकार दी खिच, कहते कद तक ये विच सुता रहेगा भाई। ये जिहड़ा हैगा कद तक ये नींद दे विच रहेगा। ये नींद कह रहे महाराज, आपां जाग ही पदार्थां दे विच रहे हैं,
ਔਰ ਮਾਲਕ ਵੱਲ ਸੁੱਤੇ ਪਏ। ਕਹਿੰਦੇ ਇਹ ਨੀਂਦ ਤੈਨੂੰ ਕਦ ਤੱਕ ਰਹੂਗੀ ਭਾਈ? ਇਹ ਪਦਾਰਥਾਂ ਦੇ ਵਿੱਚ ਕਦ ਤੱਕ ਜਾਗੇਗਾ? ਇਹ ਮੋਹ ਦੇ ਵਿੱਚ ਕਦ ਤੱਕ ਰਹੇਗਾ ਤੂੰ? ਕਦੋਂ ਤੂੰ ਜਿਹੜਾ ਹੈਗਾ ਮਾਲਕ ਵੱਲ ਨੂੰ, ਭਗਤੀ ਵੱਲ ਨੂੰ ਕਦ ਜਾਗੇਗਾ? ਉਸ ਪਾਸੇ ਨੂੰ ਚਿੱਤ ਲਗਾ ਕੇ, ਸੁਚਿੱਤ ਲਗਾ ਕੇ, ਪ੍ਰੇਮ ਦੀ ਭਾਵਨਾ ਦੇ ਨਾਲ ਕਦੋਂ ਜਾਗੇਗਾ ਤੂੰ ਇਸ ਰਸਤੇ ਤੇ? ਔਰਨ ਕਹਿ ਉਪਦੇਸਤ ਹੈ ਪਸ, ਤੋਰੇ ਪ੍ਰਬੋਧ ਨਾ ਲਾਗੋ। ਕਹਿੰਦੇ ਹੇ ਪਸ਼ੂ, ਤੂੰ ਦੂਸਰਿਆਂ ਨੂੰ ਉਪਦੇਸ਼ ਕਰਦਾ ਹੈ, ਤੇਰੇ ਅੰਦਰ ਤਾਂ ਜਿਹੜਾ ਇਹ ਉਪਦੇਸ਼ ਕੁਛ ਤੈਨੂੰ ਤਾਂ ਲੱਗਦਾ ਹੀ ਨਹੀਂ ਆ। ਤੇਰੇ ਅੰਦਰ ਤਾਂ ਇਹਦਾ ਕੋਈ ਅਸਰ ਹੀ ਨਹੀਂ ਹੁੰਦਾ। ਤੂੰ ਤਾਂ ਪਸ਼ੂ ਦਾ ਪਸ਼ੂ ਹੀ ਰਹਿ ਗਿਆ। ਤੇਰੇ ਅੰਦਰ ਤਾਂ ਕੋਈ ਜਿਹੜਾ ਮਨੁੱਖ ਸਰੀਰ ਪਾ ਕੇ ਵੀ ਮਨੁੱਖਤਾ ਆਈ ਨਹੀਂ ਤੇਰੇ ਅੰਦਰ। ਸਿੰਚਤ ਕਹਾਂ ਪਰੇ ਵਿਖਿਆਨ ਕਾ, ਕਬੋਂ ਵਿਖੈ ਰਸ ਤਿਆਗੋ। ਕਹਿੰਦੇ ਕਿੱਥੇ ਤੂੰ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵਿਸ਼ੇ ਵਿਕਾਰਾਂ ਦੇ ਰਸਾਂ ਨੂੰ, ਇਹਦੇ ਵਿੱਚ ਹੀ ਪੂਰੀ ਪ੍ਰਾਣ ਸ਼ਕਤੀ ਹਮੇਸ਼ਾ 24/7 ਇਸੇ ਵਿੱਚ ਹੀ ਲਾਈ ਜਾਂਦਾ ਹੈ। ਕਦੀ ਤਾਂ ਇਹਨਾਂ ਨੂੰ ਤਿਆਗ ਦੇ, ਕਦੀ ਤਾਂ ਪ੍ਰਾਣ ਸ਼ਕਤੀ ਜਿਹੜੀ ਹੈਗੀ ਉਹ ਦਸਮ ਦੁਆਰ ਵੱਲ ਨੂੰ ਉੱਪਰ ਨੂੰ ਲੈ ਕੇ ਚੱਲ, ਕਦੀ ਤਾਂ ਜਿਹੜਾ ਹੈਗਾ ਇਹ ਅੰਦਰ ਆਪਣੇ ਵੜ। ਕੇਵਲ ਕਰਮ ਪਰਮ ਸੇ ਚੀਨੋ। ਜਿੰਨੇ ਵੀ ਕਰਮ ਹੈਗੇ ਇਹ ਭਗਤੀ ਦੇ ਨਾਮ ਦੇ ਉੱਤੇ, ਜਿਹੜੇ ਵੀ ਕਰਮ ਕਾਂਡ ਹੈਗੇ, ਜਿਹੜੇ ਵੀ ਫਿਜ਼ੀਕਲ ਹੈਗੇ, ਜਿਹੜੇ ਵੀ ਬਾਹਰੀ ਦਿੱਖ ਹੈਗੇ, ਬਾਹਰੀ ਅਡੰਬਰ ਹੈਗੇ, ਕਹਿੰਦੇ ਸਾਰੇ ਦੇ ਸਾਰੇ ਭਰਮ ਹੈਗੇ। 10ਵੀਂ ਪਾਤਸ਼ਾਹੀ ਕਹਿ ਰਹੀ ਹੈ ਜਿਨ੍ਹਾਂ ਦੇ ਮੋਢੇ ਤੇ ਸਾਰੀਆਂ ਬੰਦੂਕਾਂ ਚਲਾਉਂਦੇ ਆ ਭਾਈ, ਸਾਰੇ ਤੇ ਰਹਿਤ ਮਰਿਆਦਾ ਜਿਹੜਾ ਸਾਰੇ ਰਹਿਤਨਾਮੇ ਜਿਹੜੇ 10ਵੀਂ ਪਾਤਸ਼ਾਹੀ ਤੋਂ ਕੱਢਦੇ ਆ ਭਾਈ। ਆ 10ਵੀਂ ਪਾਤਸ਼ਾਹੀ ਦੇਖ ਲਓ ਕੀ ਕਹਿ ਰਹੀ ਹੈ, ਕੇਵਲ ਕਰਮ ਪਰਮ ਸੇ ਚੀਨੋ। ਕਹਿੰਦੇ ਜਿੰਨੇ ਵੀ ਕਰਮ ਹੈ ਬਾਹਰੀ, ਜਿੰਨੇ ਵੀ ਆ ਉਹ ਭਰਮ ਹੈਗੇ, ਭਰਮ ਵਰਗੇ ਸਮਝ ਲਓ, ਚੀਨ ਲਓ, ਸਮਝ ਲਓ, ਇਹਨਾਂ ਨੂੰ ਸਮਝੋ। ਧਰਮ ਕਰਮ ਅਨੁਰਾਗੋ। ਧਰਮ ਕਰਮ ਜਿਹੜਾ ਹੈਗਾ ਮਨ ਦਾ ਹੈਗਾ, ਅੰਦਰ ਦਾ ਹੈਗਾ, ਪਿਆਰ ਦਾ ਹੈਗਾ। ਪ੍ਰੇਮਾ ਭਗਤੀ ਜਿਹੜੀ ਹੈਗੀ ਆ ਮਨ ਨੇ ਕਰਨੀ ਆ, ਸੁਰਤ ਨੇ ਕਰਨੀ ਆ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਕਹਿੰਦੇ ਹਮੇਸ਼ਾ ਜਿਹੜਾ ਹੈਗਾ ਇਕੱਠਾ ਕਰੋ ਸਿਮਰਨ, ਨਾਮ ਤਨ ਇਕੱਠਾ ਕਰੋ। ਪਰਮ ਪਾਪ ਜਿਹੜੇ ਹੈਗੇ ਮਹਾ ਪਾਪਾਂ ਤੋਂ ਬਚ ਕੇ ਰਹੋ, ਭੱਜ ਲੋ, ਪਰੇ ਹੋ ਜਾਓ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਜਾਂ ਤੇ ਦੁੱਖ ਪਾਪ ਨਾ ਭੇਟੈ, ਕਾਲ ਜਾਲ ਤੇ ਤਾਗੋ। ਜਿਹਦੇ ਨਾਲ ਜਿਹੜਾ ਹੈਗਾ ਐਸਾ ਕੰਮ ਕਰ ਜਿਹਦੇ ਨਾਲ ਇਹ ਪਾਪ ਜਿਹੜਾ ਹੈਗਾ ਦੁੱਖ, ਪਾਪ ਕੀ ਹੈ? ਦੁੱਖਾਂ ਦਾ ਕਾਰਨ ਹੈ ਪਾਪ। ਇਹਨਾਂ ਨੇ ਤੈਨੂੰ ਦੁੱਖ ਦੇਣੇ, ਤੂੰ ਦੁੱਖ ਬੀਜ ਰਿਹਾ, ਕੰਡੇ ਬੀਜ ਰਿਹਾ ਹੈ ਆਪਣੀ ਖੇਤੀ ਦੇ ਵਿੱਚ। ਜਾਂ ਤੇ ਦੁੱਖ ਪਾਪ ਨਾ ਨਹਿ ਭੇਟੈ, ਕਾਲ ਜਾਲ ਤੇ ਤਾਗੋ। ਕਹਿੰਦੇ ਕਾਲ ਦੇ ਜਾਲ ਤੋਂ, ਇਹ ਕਾਲ ਦੇ ਜਾਲ ਤੋਂ ਤਗ ਜਾਏਗਾ, ਇਹ ਕਾਲ ਦੇ ਜਾਲ ਨੂੰ ਕੱਟ ਦੇਗਾ, ਕਾਲ ਦੇ ਜਾਲ ਦੇ ਵਿੱਚ ਨਹੀਂ ਫਸੇਗਾ। ਕਿਵੇਂ? ਜੋ ਸੁਖ ਚਾਹੋ ਸਦਾ ਸਭਨ ਕੋ, ਤਾਉ ਹਰ ਕੇ ਰਸ ਭਾਗੋ। ਜੇ ਤੂੰ ਹਮੇਸ਼ਾ ਵਾਸਤੇ ਚਾਰੋਂ ਅੰਗਾਂ ਦੇ ਨਾਲ ਚਾਰੋਂ ਪਾਸੇ ਸੁਖੀ ਹੋਣਾ ਚਾਹੁੰਦਾ ਆ, ਸਾਰੇ ਪਾਸਿਓਂ ਸੁਖੀ ਹੋਣਾ ਚਾਹੁੰਦਾ ਆ, ਤਾਉ ਹਰ ਕੇ ਰਸ ਭਾਗੋ। ਤਾਂ ਪਰਮੇਸ਼ਰ ਦਾ ਨਾਮ ਦਾ ਅੰਮ੍ਰਿਤ ਦਾ ਰਸ ਉਸ ਪਾਸੇ ਨੂੰ ਸਵਾਸ ਲਗਾ। ਪਰਮਾਤਮਾ ਪ੍ਰੇਮਾ ਭਗਤੀ ਦੇ ਵਿੱਚ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੋ ਜਾ ਪਿਆਰਿਆ, ਲੀਨ ਹੋ ਜਾ। ਜੋ ਸੁਖ ਚਾਹੋ ਸਦਾ ਸਭਨ ਕੋ। ਜੇ ਸੁਖ ਚਾਹੁੰਦਾ ਆ, ਹਰ ਪਾਸੇ ਹਰੇਕ ਤਰ੍ਹਾਂ ਦਾ ਸੁਖ ਚਾਹੁੰਦਾ ਆ, ਤੇ ਪ੍ਰੇਮਾ ਭਗਤੀ ਦੇ ਵਿੱਚ ਅੰਮ੍ਰਿਤ ਰਸ ਦੇ ਵਿੱਚ, ਇਹਦੀ ਅੰਮ੍ਰਿਤ ਰਸ, ਨਾਮ ਰਸ, ਨਾਮ ਪਦਾਰਥ, ਇਹਦੇ ਵਾਸਤੇ ਜਿਹੜਾ ਹੈਗਾ, ਇਹਦੇ ਵਾਸਤੇ ਆਪਣੀ ਪ੍ਰਾਣ ਸ਼ਕਤੀ, ਆਪਣਾ ਮਨੁੱਖਾ ਸਰੀਰ, ਇਹ ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਇਸ ਪਾਸੇ ਨੂੰ ਲਗਾ ਲਾ ਤੇ ਹਮੇਸ਼ਾ ਵਾਸਤੇ ਸੁਖੀ ਹੋ ਜਾਏਗਾ, ਹਰ ਪਾਸਿਓਂ ਸੁਖੀ ਹੋ ਜਾਏਗਾ। ਵੀਰ ਜੀ ਕੁਛ ਕਹਿਣਾ ਹੈ ਤੁਸੀਂ ਗਿੱਲ ਸਾਹਿਬ? ਹਾਂਜੀ ਵੀਰ ਜੀ, ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਕਹਿੰਦੇ ਵੀ ਕੇਵਲ ਆਪਣੇ ਜਿਹੜੇ ਆਪਾਂ ਕਰਮ ਕਾਂਡ ਕਰਦੇ ਹੈਗੇ ਆ, ਇਹ ਸਾਰਾ ਭਰਮ ਹੈਗਾ। ਵੀ ਇਹਨਾਂ ਚੀਜ਼ਾਂ ਨੂੰ ਪਛਾਣੋ, ਚੀਨੋ, ਪਛਾਣੋ, ਹਨਾ। ਧਰਮ ਕਰਮ ਅਨੁਰਾਗੋ। ਤੇ ਧਰਮ ਦਾ
ਕਰਮ ਜਿਵੇਂ ਆਪਾਂ ਪ੍ਰੇਮਾ ਭਗਤੀ ਧਿਆਨ ਪ੍ਰੇਮਾ ਸਿਮਰਨ ਭਗਤੀ ਜਾਂ ਆਪਾਂ ਸਿਮਰਨ ਆਪਾਂ ਸਿਮਰਨ ਧਿਆਨ ਸਿਮਰਨ ਕਰਦੇ ਆ। ਅਨੁਰਾਗ ਉਹ ਮਤਲਬ ਕਰੋ। ਪ੍ਰੇਮ, ਕਹਿੰਦੇ ਹਾਂਜੀ। ਇਹਦੇ ਨਾਲ ਪ੍ਰੇਮ ਪਾਓ। ਅਨੁਰਾਗ ਉਹਦਾ ਮਤਲਬ ਕੀ ਪ੍ਰੇਮ ਹੈ? ਪ੍ਰੇਮ ਪ੍ਰੇਮ ਵੀਰ ਜੀ, ਪ੍ਰੇਮ। ਠੀਕ ਹੈ ਜੀ। ਹਾਂ ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਤੇ ਆਪਾਂ ਨੂੰ ਜਿਵੇਂ ਆਪਾਂ ਸਾਰੀ ਸੰਗਤ ਸਿਮਰਨ ਹੁਣ ਕਰ ਰਹੀ ਆ, ਤੇ ਸੰਗ੍ਰਹਿ ਦਾ ਮਤਲਬ ਇਕੱਠਾ ਇਕੱਠਾ ਕਰੋ। ਕਰਨਾ। ਹਾਂ। ਵੀ ਹਰ ਰੋਜ਼ ਸੁਬਾਹ ਸ਼ਾਮ ਜਿੰਨਾ ਵੀ ਟਾਈਮ ਆਪਣੇ ਕੋਲੇ ਹੈਗਾ ਸਿਮਰਨ ਕਰੋ ਤੇ ਪਰਮ ਪਾਪ ਤਜ ਭਾਗੋ। ਇਸ ਦੇ ਨਾਲ ਕੀ ਹੋਊਗਾ ਵੀ ਜਿਹੜੇ ਆਪਾਂ ਨੂੰ ਦੁੱਖ ਤਕਲੀਫਾਂ ਨੇ, ਇਹ ਕਸ਼ਟ ਨੇ ਜਿਹੜੇ ਆਪਾਂ ਨੂੰ ਅੰਦਰੂਨੀ ਕਸ਼ਟ ਹੁੰਦੇ ਨੇ, ਵੀ ਉਹ ਚਲੇ ਜਾਣਗੇ। ਜਾਂ ਤੇ ਦੁੱਖ ਪਾਪ ਨੇ ਭੇਟੇ, ਕਾਲ ਜਾਲ ਤੇ ਤਾਗੋ। ਜਿਹਦੇ ਨਾਲ ਹਾਂਜੀ ਜੀ, ਇਹ ਦੱਸੋ। ਹਾਂਜੀ, ਜਿਹਦੇ ਨਾਲ ਦੁੱਖ ਪਾਪ ਜਿਹੜੇ ਹੈਗੇ, ਪਾਪ ਕਿਉਂਕਿ ਪਾਪ ਕਰਾਂਗੇ ਤੇ ਆਪਾਂ ਨੂੰ ਭੋਗਣੇ ਪੈਣੇ ਆ, ਦੁੱਖ ਆਉਣੇ ਹੀ ਆਉਣੇ ਆ। ਔਰ ਮਾਇਆ ਦੇ ਰਸਤੇ ਦੇ ਵਿੱਚ ਜਿਹੜੇ ਹੈਗੇ ਆਪਾਂ ਜੇ ਦੁਨੀਆ ਦੇ ਵਿੱਚ ਜਿਹੜੇ ਹੈਗੇ ਆ ਦੂਸਰਿਆਂ ਦਾ ਦਿਲ ਦਿਖਾਵਾਂਗੇ। ਪਾਪ ਕੀ ਹੈ? ਦੂਸਰੇ ਦਾ ਸਭ ਤੋਂ ਵੱਡਾ ਪਾਪ ਤਾਂ ਇਹੀ ਹੈ ਬਈ ਦੂਸਰੇ ਦਾ ਦਿਲ ਦਿਖਾਉਣਾ। ਇਹ ਨਾ ਗਿੱਲ ਸਾਹਿਬ ਤੁਹਾਡੀ ਜਿਹੜੀ ਹੈ ਨਾ ਸਪੀਕਰ ਦੇ ਨਾਲ ਲੂਪ ਬਣ ਰਿਹਾ ਹੈ ਤੇ ਜਾਂ ਤੇ ਦੁੱਖ ਪਾਪ ਨਾ ਭੇਟੇ ਆਪਾਂ ਸੀਗੇ, ਜਾਂ ਤੇ ਦੁੱਖ ਪਾਪ ਨਾ ਭੇਟੇ, ਕਾਲ ਜਾਲ ਤੇ ਤਾਗੋ। ਕਹਿੰਦੇ ਜੇ ਤੈਨੂੰ ਇਹ ਕਾਲ ਦੇ ਜਾਲ ਤੋਂ ਤਗਣਾ ਹੈ, ਕਾਲ ਦੇ ਜਾਲ ਦੇ ਵਿੱਚ ਨਹੀਂ ਫਸਣਾ ਹੈਗਾ, ਤੇ ਭਾਈ ਦੁੱਖ ਇਹ ਪਾਪ ਕਰਨਾ ਛੱਡ ਦੇ, ਪਾਪ ਦਾ ਰਸਤਾ ਛੱਡ ਦੇ। ਪਾਪਾਂ ਨੂੰ ਨਾ, ਪਾਪਾਂ ਵਾਲਾ ਪੰਧ ਤੇ ਨਾ ਦੇ, ਆਪਣੇ ਰਸਤੇ 'ਚ ਪਾਪਾਂ ਨੂੰ ਨਾ ਆਉਣ ਦੇ। ਤੈਨੂੰ ਇਹ ਜਿਹੜਾ ਦੁੱਖ ਨਹੀਂ ਲੱਗਣਗੇ ਭਾਈ, ਤੇਰੇ ਰਸਤੇ 'ਚ ਦੁੱਖ ਨਹੀਂ ਲੱਗਣਗੇ ਜੇ ਤੂੰ ਪਾਪ ਨਹੀਂ ਕਰੇਗਾ, ਜੇ ਤੂੰ ਕਿਸੇ ਦਾ ਦਿਲ ਨਹੀਂ ਦੁਖਾਏਗਾ। ਦੇਖ, ਕਿਸੇ ਦਾ ਵੀ ਦਿਲ ਦੁਖਾਇਆ ਆਪਾਂ ਨੇ ਤੇ ਆਪਣੇ ਵਾਸਤੇ ਆਪਾਂ ਨੇ ਜਿਹੜਾ ਹੈਗਾ ਇਹ ਉਹ ਕਰਮ ਇੱਕ ਬੀਜ ਬੀਜਤਾ, ਜਿਹੜਾ ਕਿ ਆਪਾਂ ਨੂੰ ਜਿਹਦਾ ਉਹਦਾ ਫਲ ਆਪਾਂ ਨੂੰ ਭੁਗਤਣਾ ਪੈਣਾ ਹੈ। ਜਾਓ ਸੁਖ ਚਾਹੋ ਸਦਾ ਸਬਨ ਕੋ, ਤਉ ਹਰ ਕੇ ਰਸ ਭਾਗੋ। ਜੇ ਚਾਰੋਂ ਪਾਸਿਓਂ ਸੁਖੀ ਹੋਣਾ ਚਾਹੁੰਦੇ ਹੋ ਭਾਈ, ਜੋ ਸੁਖ ਚਾਹੋ ਸਬਨ ਕੋ, ਚਾਰੋਂ ਪਾਸਿਓਂ, ਔਰ ਦੂਸਰਿਆਂ ਨੂੰ ਵੀ ਸੁਖੀ ਦੂਸਰਿਆਂ ਨੂੰ ਵੀ ਸੁਖ ਦੇਣਾ ਚਾਹੁੰਦਾ ਹੈ ਤੇ ਤਉ ਹਰ ਕੇ ਰਸ ਭਾਗੋ, ਤਾਂ ਇਹ ਅੰਮ੍ਰਿਤ ਰਸ ਵੱਲ ਨੂੰ ਪਿਆਰਿਆ ਗਤੀ ਕਰ ਲਾ। ਇਹ ਧਿਆਨ ਸਿਮਰਨ ਕਰ ਔਰ ਨਾਮ ਪਦਾਰਥ ਵੱਲ ਨੂੰ ਜਿਹੜਾ ਹੈਗਾ ਆਪਣੇ ਸਵਾਸ ਦਸਮ ਦੁਆਰ ਵੱਲ ਨੂੰ ਲੈ ਕੇ ਜਾ। ਹਾਂਜੀ ਗਿੱਲ ਸਾਹਿਬ। ਹਾਂਜੀ ਵੀਰ ਜੀ। ਜਾਂ ਤੇ ਦੁੱਖ ਪਾਪ ਨੇ ਭੇਟੇ, ਕਾਲ ਜਾਲ ਤੇ ਤਾਗੋ। ਜੋ ਸੁਖ ਚਾਹੋ ਸਦਾ ਸਬਨ ਕੋ, ਤੋ ਹਰ ਕੇ ਰਸ ਭਾਗੋ। ਸੋ ਭਈ ਆਪਾਂ ਜੇ ਮੋਸਟਲੀ ਹੁਣ ਆਪਾਂ ਦੇਖੋ ਆਪਣੇ ਜੀਵਨ ਦੇ ਵਿੱਚ ਕਈ ਵਾਰੀ ਆਪਾਂ ਨੂੰ ਕ੍ਰੋਧ ਆ ਜਾਂਦਾ ਤਾਂ ਆਪਾਂ ਕਈ ਵਾਰੀ ਦੂਸਰੇ ਦਾ ਦਿਲ ਦਿਖਾਉਂਦੇ ਆ। ਬਈ ਬੇਸਿਕਲੀ ਗੁਰੂ ਸਾਹਿਬ ਕਹਿ ਰਹੇ ਨੇ ਵੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਵੀ ਇਹਨਾਂ ਤੋਂ ਦੂਰ ਰਹੋ, ਤੇ ਫੇਰ ਕੀ ਹੋਊਗਾ ਵੀ ਜਿਹੜਾ ਕਾਲ ਹੈ, ਜਿਹੜਾ ਸਮਾਂ ਹੈ, ਉਹ ਤੁਹਾਡੇ ਤੇ ਵਾਰ ਨਹੀਂ ਕਰ ਸਕਦਾ। ਉਹਦੇ ਕਾਲ ਦੇ ਤੁਸੀਂ ਕਾਲ ਤੋਂ ਮੁਕਤ ਹੋ ਜਾਓਗੇ। ਕਹਿਣ ਦਾ ਮਤਲਬ ਵੀ ਕਿਉਂਕਿ ਸਮਾਂ ਸਵਾਸ ਮਿਲੇ ਹੋਏ ਗਿੱਲ ਸਾਹਿਬ, ਆਪਾਂ ਨੂੰ ਸਵਾਸ ਮਿਲੇ ਹੋਏ ਜੀ, ਤੁਹਾਡੀ ਮੁਕਤੀ ਹੋ ਜੂਗੀ। ਹਾਂ, ਆਪਾਂ ਨੂੰ ਜਿਹੜੇ ਸਵਾਸ ਮਿਲੇ ਹੋਏ ਆ ਕਾਲ ਨੇ ਜਿਹੜਾ ਹੈਗਾ, ਇਹ ਸਮੇਂ ਨੇ ਕੀ ਕਰਨਾ, ਇਹ ਕਾਲ ਨੇ ਸਵਾਸ ਹੀ ਲੈ ਕੇ ਜਾਣੇ। ਆਪਣਾ ਸਮਾਂ ਜਿਹੜਾ ਹੈਗਾ ਇਹਨੇ ਖਾਣਾ ਹੈ, ਬਸ ਜਾਲ ਪਾ ਦੇਣਾ ਆਪਾਂ ਨੂੰ, ਜੂਨਾਂ ਦੇ ਵਿੱਚ ਪਾ ਦੇਣਾ ਇਹਨੇ, ਉਹ ਨਹੀਂ ਪਾ ਸਕੂਗਾ। ਹਾਂਜੀ। ਸੋ ਉਹਦੇ ਨਾਲ ਕੀ ਹੋਊਗਾ, ਜੋ ਸੁਖ ਚਾਹੋ ਸਦਾ ਸਬਨ ਕੋ, ਤੋ ਹਰ ਕੇ ਰਸ ਭਾਗੋ। ਹਾਂ, ਜੇ ਤੂੰ ਹਮੇਸ਼ਾ ਹਰ ਚਾਰੋਂ ਪਾਸੇ ਹਮੇਸ਼ਾ ਸੁਖੀ ਹੋਣਾ ਚਾਹੁੰਦਾ ਹੈ, ਹਰ ਪਾਸਿਓਂ ਸੁਖੀ ਹੋਣਾ ਚਾਹੁੰਦਾ ਹੈ, ਤੇ ਭਾਈ ਤੇ ਪਰਮੇਸ਼ਰ ਦਾ ਅੰਮ੍ਰਿਤ ਰਸ ਜਿਹੜਾ ਹੈਗਾ ਉਹਦੇ ਵੱਲ ਨੂੰ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਆਪਣੇ ਅੰਤਰਗਤ ਅੰਮ੍ਰਿਤ ਰਸ ਵੱਲ ਨੂੰ ਜਿਹੜੇ ਹੈਗੇ ਪ੍ਰਾਣ ਸ਼ਕਤੀ ਲਾਉਣੀ ਪਊਗੀ, ਪ੍ਰੇਮਾ ਭਗਤੀ ਕਰਨੀ ਪਊਗੀ, ਧਿਆਨ ਸਿਮਰਨ ਕਰਨਾ ਪਊਗਾ। ਹਾਂਜੀ ਵੀਰ ਜੀ, ਇਹ ਸਾਰੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਬੇਸਿਕਲੀ ਆਪਾਂ ਨੂੰ ਨਾਮ ਸਿਮਰਨ ਦੇ ਕਰਨ ਨੂੰ ਹੀ ਕਹਿ ਰਹੇ ਨੇ। ਬਿਲਕੁਲ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਬਿਲਕੁਲ ਸਿਮਿਲਰ ਉਪਦੇਸ਼ 10ਵੇਂ ਪਾਤਸ਼ਾਹ ਆਪਾਂ ਨੂੰ ਦੇ ਰਹੇ ਨੇ। ਬਿਲਕੁਲ ਦੇ ਰਹੇ ਤੇ
ਹੁਣ ਇਸ ਤੋਂ ਅਗਲਾ ਸ਼ਬਦ ਲਈਏ ਆਪਾਂ ਰਾਗ ਸੋਠ। ਦੇਖੋ ਸੋਠ ਰਾਗ ਦੇ ਵਿੱਚ ਦੇ ਰਹੇ ਆ ਰਾਗ ਸੋਠ ਪਾਤਸ਼ਾਹੀ 10ਵੀਂ। ਪ੍ਰਭ ਜੂ ਤੋ ਕਹਿ ਲਾਜ ਹਮਾਰੀ। ਕਹਿੰਦੇ ਮਾਲਕਾ ਹੁਣ ਮੈਂ ਭਗਤੀ ਕਰਨੀ ਆ ਤੇ ਤੈਨੂੰ ਜਿਹੜਾ ਹੈਗਾ ਹੈਲਪ ਕਰਨੀ ਪਊਗੀ। ਤੈਨੂੰ ਦੇਖ ਮੈਂ ਹੁਣ ਤੇਰੇ ਰਸਤੇ ਤੇ ਆ, ਤੇਰਾ ਮੈਂ ਨੌਕਰ ਬਣ ਲੱਗਾ ਤੇ ਮਾਲਕ ਤੂੰ ਹੈਗਾ ਆ। ਜੇ ਹੁਣ ਕੋਈ ਮੈਨੂੰ ਜਿਹੜਾ ਹੈਗਾ ਕੋਈ ਮੇਰਾ ਮਖੌਲ ਕਰੂਗਾ, ਮੈਨੂੰ ਜਿਹੜਾ ਹੈਗਾ ਤੇ ਤੇਰਾ ਹੀ ਕਹੂਗਾ ਵੀ ਮਾਲਕ ਦਾ ਹੈ, ਤੇਰਾ ਹੀ ਸੇਵਕ ਇਹੋ ਜਿਹਾ ਹੈ। ਭਾਈ ਅੜਾਂਬਾ ਤਾਂ ਤੇਰੇ ਕੋਲ ਹੀ ਆਉਣਾ ਹੈ। ਪ੍ਰਭ ਜੋ ਤੋ ਕਹਿ ਲਾਜ ਹਮਾਰੀ। ਤੈਨੂੰ ਮੇਰੀ ਭਗਤੀ ਦੀ ਲਾਜ ਹੈ ਮਾਲਕਾ, ਤੂੰ ਮਦਦ ਕਰਨੀ ਆ। ਤੇਰੀ ਮਦਦ ਦੇ ਬਗੈਰ ਜਿਹੜਾ ਹੈਗਾ ਇਹ ਧਿਆਨ ਸਿਮਰਨ ਵਾਲਾ ਰਸਤਾ ਇਹ ਨਹੀਂ ਤੈਅ ਹੋ ਸਕਦਾ। ਪ੍ਰਭ ਜੂ ਤੋ ਕਹਿ ਲਾਜ ਹਮਾਰੀ। ਨੀਲਕੰਠ ਨਰਹਰ ਨਾਰਾਇਣ ਨੀਲ ਬਸਨ ਬਨਵਾਰੀ। ਦੇਖੋ ਸਾਰੇ ਅੱਖਰ ਨੰਨੇ ਤੋਂ ਸ਼ੁਰੂ ਹੋ ਰਹੇ। ਦੇਖੋ ਜ਼ਿਆਦਾਤਰ 4 ਅੱਖਰ ਨੀਲ ਤੋਂ ਨੰਨੇ ਤੋਂ ਸ਼ੁਰੂ ਹੋ ਰਹੇ ਆ। ਨੀਲਕੰਠ ਨੀਲੇ ਕੰਠ ਵਾਲਾ ਹੈਗਾ ਤੂੰ। ਨਰਹਰੀ ਹੈਗਾ ਆ, ਨਰਾਂ ਦਾ ਇਨਸਾਨਾਂ ਦਾ ਮਾਲਕ ਹੈਗਾ ਤੂੰ। ਨਾਰਾਇਣ ਹੈਗਾ ਤੂੰ। ਨੀਲ ਬਸਨ ਨੀਲੇ ਬਸਨ ਬਸਤਰਾਂ ਵਾਲਾ ਹੈਗਾ ਤੂੰ। ਬਨਵਾਰੀ ਬੰਨ ਦਾ ਮਾਲੀ ਹੈਗਾ ਆ ਤੂੰ। ਇਸ ਸਾਰੇ ਸੰਸਾਰ ਦਾ ਮਾਲਕ ਹੈਗਾ ਹੈ। ਇਹਨੂੰ ਪਾਲਣ ਵਾਲਾ ਵੀ ਤੂੰ ਹੀ ਹੈ। ਇਹਨੂੰ ਪਾਣੀ ਦੇਣ ਵਾਲਾ ਵੀ ਤੂੰ ਹੀ ਹੈਗਾ। ਸਾਰੇ ਪਦਾਰਥ ਦੇਣ ਵਾਲਾ ਤੂੰ ਹੀ ਹੈਗਾ ਹੈ। ਰਹਾਓ परम पुरख परमेश्वर स्वामी पावन पावन आहारी। देखो फिर पप्पे तो सारे जिहड़े हैगे ये पोएट्री देख के तो रविंद्रनाथ टैगोर जिहड़ा हैगा हैरान हो गया सीगा। कहंदा ये ऐसी बाणी, कहंदा ऐसी पोएट्री देखो किन्ना वड्डा गीतकार है जिहड़ा दुनिया दे नोबल पुरस्कार हैगा। कहंदे आ जिहड़ी यही जी पोएट्री कहंदे परम पुरख परमेश्वर स्वामी पावन पौन आहारी। कहंदे तू जिहड़ा हैगा परमात्मा हैगा, परम पुरख है। सब सारे जिहड़े हैगे सारे जीव जिहड़े हैगे वो परमात्मा हैगा। तू सारियां दी आत्मा हैगा। सारियां जोतां तेरे तो ही आईयां आ। परमेश्वर है, परम ईश्वर है तू। सारियां दा परमेश्वर हैगा, सारियां दा इष्ट हैगा तू मालक हैगा। पावन पवित्र हैगा आ तू। पौनहारी हैगा तू। साडे वांगू जिहड़ा हैगा तैनू भोजन दी लोड़ नहीं पैंदी, फिजिकल भोजन दी। परम पुरख परमेश्वर स्वामी पावन पौन आहारी। कहते ना जी पौन आहारी है, ये नहीं कुछ खाते। माधव महाजोत मधुमर्दन महान मुकुंद मुरारी। कहते हे मेरे मालका तू, ये सारे नाम परमेश्वर दे है। देखो किस तरह परमेश्वर दे महाराज ने जिहड़ा हैगा 10वीं पातशाही ने जिहड़ा हैगा जाप साहब लिखिया, पता नहीं किन्ने क नाम ले ओदे जाप साहब दे विच हाले आते महाराज ने। माधव महाजोत तू सब तो महा बड़ी जोत वाला है। सारी तेरी जोत है। मधुमर्दन मधु जिहड़ा हैगा राक्षस सीगा, ओनू मारन वाला भी तू ही हैगा है। मान मुखंद, तेरा मुकंद भी परमेश्वर नूं कहंदे आ। मधुमर्दन मान मुकंद मुरारी, पापा नूं जिहड़ा मुर करन वाला, पापा नूं नाश करन वाला, इस करके उहनूं मुरारी कहंदे आ। तू पापा नूं नाश करन वाला हैगा आ। निर्विकार, तेरे अंदर कोई विकार नहीं हैगा। काम क्रोध लोभ मोह अहंकार तो परे हैगा आ। निर्जुर, जर कहंदे आ बुढ़ेपा, निर्जुर कहंदे आ तू बुढ़ेपे तो परे हैगा आ। निंद्रा बिन, तैनू मोह दी निंद्रा नहीं आउंदी। निर्विक, विषय विकारां दे तो परे आ तू। वासनावां तो परे हैगा आ तू। नरक निवारी, नरक तो जिहड़ा हैगा बचाउण वाला भी तू ही हैगा ते नरक बनाउण वाला भी तू ही हैगा आ। किरपा सिंध काल त्रैदर्शी कुकरित परनासनकारी। कहते किरपा दा समुंदर हैगा है तू। सिंध मतलब समुंदर। किरपा सिंध काल त्रैदर्शी। कहते भूतकाल भविख काल वर्तमान काल तिन्ने कालां दा जिहड़ा हैगा जानन वाला तू हैगा। त्रैदर्शी तू हैगा। तिन्ने कालां दे विच देखण वाला, तिन्ने कालां नूं देखण वाला तू ही हैगा आ। कुकरित परनाशनकारी। कुकरित कहंदे आ जिहड़े पाप माड़े कर्म, कहंदे उन्हां नूं नष्ट खत्म करन वाला भी तू ही हैगा आ।
ਧਨੁਰਪਾਨ ਤ੍ਰਿਤਮਾਨ ਧਰਾਦਰ ਅਨਵਿਕਾਰ ਅਸਿਧਾਰੀ। ਧਨੁਸ਼ ਨੂੰ ਧਾਰਨ ਕਰਨ ਵਾਲਾ ਵੀ ਤੂੰ ਹੀ ਹੈਗਾ ਆ। ਤ੍ਰਿਤਮਾਨ ਗੰਭੀਰ ਜਿਹੜਾ ਧੀਰਜ ਵਾਲਾ, ਤੂੰ ਸੰਤੋਸ਼ ਵਾਲਾ ਧੀਰਜ ਵਾਲਾ ਹੈਗਾ ਆ ਤੂੰ। ਧਰਾਤਰ ਇਹ ਸਾਰੀ ਸ੍ਰਿਸ਼ਟੀ ਧਰ ਕਹਿੰਦੇ ਆ, ਧਰਾ ਕਹਿੰਦੇ ਆ ਇਹ ਧਰਤੀ ਨੂੰ ਆਸਰਾ ਦੇਣ ਵਾਲਾ ਤੂੰ ਹੀ ਹੈਗਾ ਆ। ਅਨਵਿਕਾਰ ਵਿਕਾਰਾਂ ਤੋਂ ਰਹਿਤੇ ਆ, ਤੇਰੇ ਅੰਦਰ ਕੋਈ ਵਿਕਾਰ ਨਹੀਂ ਹੈਗਾ। ਅਸਿਧਾਰੀ ਕਹਿੰਦੇ ਅਸਿਧਾਰੀ ਅਸਧਾਰੀ ਇਹਦੇ ਅਸ ਕਹਿੰਦੇ ਆ ਕਿਰਪਾਨ ਤਲਵਾਰ ਜਿਹੜਾ ਹੈਗਾ, ਤੇ ਧਾਰੀ ਕਹਿੰਦੇ ਧਾਰਨ ਵਾਲਾ ਜਿਹੜੇ ਸ਼ਸਤਰ ਜਿਹੜੇ ਕਿਰਪਾਨ ਨੂੰ ਧਾਰਨ ਵਾਲਾ ਤੂੰ ਹੀ ਹੈਗਾ। ਜੇ ਅਸਿਧਾਰੀ ਕਰ ਦਈਏ ਤੇ ਕਹਿੰਦੇ ਅਬਨਾਸੀ ਵੀ ਤੂੰ ਹੀ ਹੈਗਾ ਆ। ਤੂੰ ਨਹੀਂ ਕਦੀ ਸਿਧਾਰਦਾ। ਬਾਕੀ ਸਾਰੇ ਜਿਹੜੇ ਹੈਗੇ ਆ, ਜਿਹੜੇ ਕਾਲ ਦੇ ਵਸ ਹੈਗੇ, ਸਮੇਂ ਦੇ ਵਸ ਹੈਗੇ, ਤੂੰ ਜਿਹੜਾ ਹੈਗਾ ਹਮੇਸ਼ਾ ਵਾਸਤੇ ਹੈਗਾ, ਅਬਨਾਸੀ ਹੈਗਾ ਆ। ਹਉ ਮਤ ਮੰਦ ਚਰਨ ਸਰਨਾਗਤ ਕਰ ਗਏ ਲਿਹੋ ਉਬਾਰੀ। ਦੇਖੋ ਉੱਪਰ ਪਹਿਲੀ ਤੁਕ ਦੇ ਵਿੱਚ ਕੀ ਲਿਖਿਆ ਸੀ ਮਹਾਰਾਜ ਨੇ, ਪ੍ਰਭ ਜਿਉ ਤੋਕੈ ਲਾਜ ਹਮਾਰੀ। ਆਖਰੀ ਦੇ ਵਿੱਚ ਕੀ ਕਹਿ ਰਹੇ ਆ, 10ਵੀਂ ਪਾਤਸ਼ਾਹੀ ਕਹਿ ਰਹੀ ਆ, ਹਉ ਮਤ ਮੰਦ, ਹੇ ਮੇਰੇ ਮਾਲਕਾ, ਹੇ ਮੇਰੇ ਮਾਲਕਾ, ਮੈਂ ਤਾਂ ਮੰਦ ਬੁੱਧੀ ਵਾਲਾ ਹੈਗਾ ਆ। ਜੇ ਆਪਣੇ ਗੁਰੂ ਸਾਹਿਬ 10ਵੀਂ ਪਾਤਸ਼ਾਹੀ ਆ ਅੱਖਰ ਲਿਖ ਰਹੇ ਆ ਤੇ ਆਪਾਂ ਕੀ ਹੈਗੇ ਆ ਭਾਈ। ਹਉ ਮਤ ਮੰਦ ਚਰਨ ਸ਼ਰਨਾਗਤ, ਹੇ ਮੇਰੇ ਮਾਲਕਾ, ਮੈਂ ਤੇਰੇ ਚਰਨਾਂ ਦੀ ਓਟ ਲਈ ਆ, ਤੇਰੇ ਚਰਨਾਂ ਦੀ ਸ਼ਰਨ ਦੇ ਵਿੱਚ ਹੈਗਾ, ਸ਼ਬਦ ਰੂਪੀ ਚਰਨਾਂ ਦੀ ਸ਼ਰਨ ਦੇ ਵਿੱਚ ਹੈਗਾ। ਕਰ ਗਏ ਲਿਹੋ ਉਬਾਰੀ, ਮਾਲਕਾ ਮੇਰਾ ਹੱਥ ਫੜ ਕੇ ਮੈਨੂੰ ਉਭਾਰ ਲਾ, ਇਸ ਸੰਸਾਰ ਸਮੁੰਦਰ ਤੋਂ ਉਭਾਰ ਲਾ, ਆਪਣੇ ਗਲ ਨਾਲ ਲਾ ਲਾ। ਹਉ ਮਤ ਮੰਦ ਚਰਨ ਸ਼ਰਨਾਗਤ ਕਰ ਗਏ ਲਿਹੋ ਉਬਾਰੀ, ਮੈਨੂੰ ਮੇਰੇ ਹੱਥ ਫੜ ਕੇ ਜਿਹੜਾ ਹੈਗਾ ਲੈ ਜਾ ਆਪਣੇ ਵੱਲ। ਹਾਂਜੀ ਗੋਰਖੀ ਸਾਹਿਬ, ਜੇ ਤੁਹਾਡੀ ਆਵਾਜ਼ ਆ ਸਕਦੀ ਦੇਖ ਲਓ ਟਰਾਈ ਕਰਕੇ। ਲੱਗਦਾ ਤੇ ਨਹੀਂ ਹੈ, ਲੱਗਦਾ ਨਹੀਂ ਹੈਗੀ, ਕਰਦਾ ਹੀ ਆ ਗਈ ਜੀ, ਬਿਲਕੁਲ ਵਧੀਆ ਆ ਰਹੀ ਹੈ। ਨੈਟਵਰਕ ਦੀ ਕਾਫੀ ਸਮੱਸਿਆ ਅੱਜ ਨਹੀਂ ਵੈਰੀ ਆ ਰਹੀ ਹੈ, ਆ ਰਹੀ ਹੈ ਬਹੁਤ। ਚਲੋ ਟਰਾਈ ਕਰਦੇ ਹਾਂ ਆਪਾਂ। ਤੇ ਉਹ ਥੋੜਾ ਜਿਹਾ ਬੋਲ ਦੋ ਤੇ ਫਿਰ ਮੈਂ ਪਹਿਲੀ ਪੁਰਾਣੀ ਬਾਣੀ ਬੋਲ ਦੋ ਤੇ ਮੈਂ ਥੋੜਾ ਜਿਹਾ ਵੇਖ ਲੈਣਾ ਇਸ ਸ਼ਬਦ ਨੂੰ ਕਿ ਇਸ ਤੋਂ ਪਹਿਲੇ ਵਾਲੇ ਸ਼ਬਦ ਨੂੰ, ਜਾਂ ਇਸੇ ਨੂੰ ਬੋਲਣਾ, ਜਿਹੜਾ ਵੀ ਇਸੇ ਨੂੰ ਬੋਲ ਦੋ। ਪ੍ਰਭ ਜੂ ਤੋਕੇ ਲਾਜ ਹਮਾਰੀ, ਕਹਿੰਦੇ ਮਾਲਕਾ ਮੈਂ ਭਗਤੀ ਕਰਨ ਲੱਗਾ, ਮੈਂ ਤੇਰੇ ਰਸਤੇ ਤੇ ਤੇਰੇ ਵੱਲ ਆਉਣਾ ਚਾਹੁੰਦਾ। 10ਵੀਂ ਪਾਤਸ਼ਾਹੀ ਕਹਿ ਰਹੀ ਆ ਵੀ ਤੈਨੂੰ ਮੇਰੀ ਲਾਜ ਆ, ਤੂੰ ਹੈਲਪ ਕਰਨੀ ਆ, ਮੈਂ ਤੇਰੀ ਹੈਲਪ ਦੇ ਬਗੈਰ ਨਹੀਂ ਆ ਸਕਦਾ। ਤੇ ਨੀਲਕੰਠ ਨਰਹਰ ਨਾਰਾਇਣ ਨੀਲ ਬਸਨ ਬਨਵਾਰੀ, ਇਹ ਸਾਰੇ ਮਾਲਕ ਪਰਮਾਤਮਾ ਦੇ ਨਾਮ ਹੈਗੇ ਆ। ਨੀਲਕੰਠ ਨੀਲੇ ਕੰਠ ਵਾਲਾ, ਨਰਹਰੀ ਇਨਸਾਨਾਂ ਦਾ ਹਰੀ ਹੈਗਾ ਤੂੰ, ਨਰਾਂ ਦਾ ਨਾਰਾਇਣ ਹੈਗਾ ਤੂੰ, ਨੀਲੇ ਬਸਤਰ ਵਾਲਾ ਹੈਗਾ, ਬਨ ਇਹ ਸੰਸਾਰ ਦਾ ਮਾਲੀ ਹੈਗਾ ਤੂੰ, ਮਾਲਕ ਹੈਗਾ ਆ। ਰਹਾਓ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪੌਣ ਆਹਾਰੀ, ਤੂੰ ਪਰਮ ਪੁਰਖ ਹੈਗਾ ਆ, ਪਰਮਾਤਮਾ ਹੈਗਾ, ਤੂੰ ਪਰਮ ਈਸ਼ਰ ਹੈਗਾ ਆ, ਤੂੰ ਮਾਲਕ ਹੈਗਾ ਆ, ਪਾਵਨ ਪਵਿੱਤਰ ਹੈਗਾ ਤੂੰ ਸਾਡੇ ਵਾਂਗੂ ਆਹਾਰ ਨਹੀਂ ਕਰਦਾ, ਪੌਣ ਆਹਾਰੀ ਹੈਗਾ ਆ ਤੂੰ। ਮਾਧੋ ਮਹਾਜੋਤ ਮਧ ਮਰਦਨ ਮਾਨ ਮੁਕੰਦ ਮੁਰਾਰੀ, ਤੂੰ ਇਸ ਸੰਸਾਰ ਦਾ ਜਿਹੜਾ ਹੈਗਾ ਮਾਲਕ ਹੈਗਾ ਆ। ਮਹਾਜੋਤ ਪਰਮ ਜੋਤ ਆ ਤੂੰ। ਮਧ ਮਰਦਨ ਮਧ ਰਾਖਸ਼ਸ ਦਾ ਜਿਹੜਾ ਹੈਗਾ ਉਹਨੂੰ ਨਸ਼ਟ ਕਰਨ ਵਾਲਾ, ਮਾਰਨ ਵਾਲਾ ਤੂੰ ਹੈਗਾ। ਮਾਨ ਮੁਕੰਦ ਮੁਰਾਰੀ, ਇਹ ਜਿਹੜਾ ਹੈਗਾ ਸਾਰਿਆਂ ਨੂੰ ਇੱਜ਼ਤ ਬਖਸ਼ਣ ਵਾਲਾ। ਮੁਕੁੰਦ ਪਰਮੇਸ਼ਰ ਦਾ ਨਾਮ ਹੈਗਾ। ਮੁਰਾਰੀ ਪਾਪਾਂ ਨੂੰ ਨਸ਼ਟ ਕਰਨ ਵਾਲਾ ਤੂੰ ਹੀ ਹੈਗਾ ਆ। ਅੰਮ੍ਰਿਤ ਦੇਣ ਵਾਲਾ, ਮੁਕੰਦ ਦੇਣ ਵਾਲਾ ਮਾਲਕ ਪਰਮਾਤਮਾ ਤੂੰ ਹੀ ਹੈਗਾ ਆ। ਹਾਂਜੀ ਗੋਰਖੀ ਸਾਹਿਬ। ਅੱਜ ਠੀਕ ਹੈ ਜੀ। ਬਾਣੀ ਵਿੱਚ ਤੇ ਗੁਰੂ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਮੇਰੇ ਪਿਤਾ
तेरे हथ च मेरी लाज है। हाँ, तेरे हथ च मेरी लाज है। और आखिरी तुक दे विच गोरखी साहब आखिरी तुक दे विच कहंदे कि भी हों मत मंद चरण सरनागत कर गए ले हो बारी। ये भी नाल ला लो भी मैं जिहड़ा हैगा मैं मंद बुद्धि वाला आ और तेरे चरणों की शरण दे विच हैगा आ। मैनू जिहड़ा हैगा हथ फड़ के मैनू जिहड़ा हैगा इस यात्रा दे विच तोर अपने वाल नू कढ ला, उभार ला संसार समुंदर तो। हाँ जी वीर जी। बिल्कुल ठीक है जी। पहली तुक दे विच कहंदे ने कि मेरे पिता तेरे हथ मेरी लाज है। लाज का मतलब यह हुंदा कि तेरी इज्जत मेरी जिहड़ी तेरे मेरे जीवन की जिहड़ी जो हैगी है, मेरा जीवन जिहड़ा सार होना वा या नहीं होना तेरे हथ है। हाँ। तो मेरे पिता मेरी मेरी मेरे मेरा 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 जिद्दां दा भी हैगा वो मैनू कबूल कर। वो ब्रह्म नू कह रहे ने, है ना? बिल्कुल ब्रह्म नू कह। और अगले बन्ने कहंदे ने कि मैं तेरी चरणां दी टेक लै रहा वां कि मतलब मेरा कोई होर आसरा नहीं हैगा ते मैनू उभार लै, मैनू इस भव सागर तो कढ लै। बिल्कुल। क्योंकि जिहड़ा ना तेरे गुणातीत है वो ब्रह्म है। जिन्ना गुणा तो जिहड़ी अगली शक्ति वो ब्रह्म है। और जिन्ना चिर तक असीं उस तेरे गुणातीत दे कोल पहुंचते नहीं उन्ना चिर तक ये जिहड़ा भरम है माया है ये जिहड़ा चलावा ये खत्म नहीं होना। जिहड़ा परमात्मा है वो देखो इत्थे गुरु जी ताइयों समझा रहे हैं कि तेरे हथ मेरी लाज है। वो क्यों कह रहे हैं? क्योंकि जदों आपां अपने आप को समर्पण कर देंदे हैं तो फिर असीं की करते हैं कि सही दिशा दे नाल अपने मार्ग वाल चलते हैं, नंबर 2 ते लैके आउंदे हैं। और जदों मैं आ जाना वा अगे फिर गड़बड़ हो जाती। ये अध्यात्मिक सफर है इदां दा वा कि जिन्ना आपां पिछे रहिंदे उन्ना आपां नूं फायदा, जिन्ना आपां अगे भजदे हैं। और वो गुरु जी इहो ही सानूं समझाउणा चाहुंदे ने कि जदों तुसीं भगती करो ये करके ही मन दे विच ध्यान रखना है इस गल दा कि मेरे पिता तू ही मेरी लाज रखनी है, मैं तेरे चरनां च आ गया। पहला भी बाणी आपां पढ़ी आ, ਉਹਦੇ ਵਿੱਚ ਵੀ ਬਾਣੀ ਦੇ ਵਿੱਚ ਗੁਰੂਆਂ ਨੇ ਸਾਨੂੰ ਇਹ ਵੀ ਸਮਝਾਇਆ ਹੈ ਕਿ ਮਤਲਬ ਆਪਾਂ ਪਰਮਾਤਮਾ ਦੇ ਚਰਨਾਂ ਦਾ ਹੀ ਸਹਾਰਾ ਲੈਣਾ ਹੈ। ਜਦੋਂ ਆਪਾਂ ਪਰਮਾਤਮਾ ਦੇ ਵੱਲ ਓਟ ਰੱਖਦੇ ਹਾਂ ਉਹਦੇ ਵੱਲ ਆਪਾਂ ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਹਾਂ ਤੇ ਉਹਦੇ ਨਾਲ ਕੀ ਹੁੰਦਾ ਕਿ ਸਾਨੂੰ ਜਿਹੜੀ ਬ੍ਰਹਿਮੰਡ ਦੇ ਅੰਦਰ ਜਿਹੜੀ ਪੋਜ਼ਿਟਿਵ એનર્ਜੀ ਹੈ ਉਹ ਮਿਲ ਜਾਂਦੀ ਹੈ। ਜੈਸਾ ਬਿਲਕੁਲ जिन्ना चिर तक बंदा अपनी अकल दे नाल काम करदा है ना उन्ना चिर तक बहुत मुश्किल हो जाती। जिहड़ी बुद्धि है ना साडी बुद्धि इहदे अंदर दम नहीं हैगा। ये आपां जो ना ब्रह्म दे विच पार ब्रह्म दे विच और पार ब्रह्म दे विच जाण दा इक्को ही तरीका अपने आप नूं समर्पण करके भगती कीती जावे कि निर्गुण ब्रह्म ही साडे कोल आउंदा है। अजे तक कोई भी बंदा ब्रह्म को नहीं जा सकिया। मेरी आवाज आ रही है तुहानूं? हाँ जी बिल्कुल वधिया आ रही जी, बहुत वधिया। हाँ ये निज साहब शुरू तो ज्यों दी प्रकृति होनी चाहिए ना पार ब्रह्म दे कोल कोई भी नहीं जा सकिया अजे तक। हमेशा ब्रह्म ही साडे कोल आउंदा है। बिल्कुल सही गल है। बिल्कुल इहो ही रूल लेना है। हाँ आपां केवल उसका इंतजार करना हुंदा है। जिद्दां आपां रात नूं आपां लम्मे पै जांदे हां नींद नूं कुछ कहण दी थोड़ी लोड़ हुंदी है। साडा लम्मे पैना ही जरूरी है। उस तो बाद नींद ते अपने आप ही आ जानी है। ਇਹੋ ਹੀ ਹਿਸਾਬ ਆ ਸਮਾਧੀ ਦੇ ਵਿੱਚ ਕੀ ਕਰਦੇ ਹਾਂ ਆਪਾਂ ਸਮਾਧੀ ਦੇ ਵਿੱਚ ਆਪਣੇ ਆਪ ਨੂੰ ਸਮਰਪਣ ਕਰਕੇ ਉਸ ਸ਼ਕਤੀ ਦਾ ਇੰਤਜ਼ਾਰ ਕਰਦੇ ਹਾਂ। ਔਰ ਪ੍ਰਮਾਤਮਾ ਹੌਲੀ ਹੌਲੀ ਆਉਂਦਾ, ਇੱਕਦਮ ਨਹੀਂ ਆਉਂਦਾ ਕਿਉਂਕਿ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਉਹਨੂੰ ਕਿਉਂਕਿ ਚੇਤਨ ਹੈਗਾ। ਪਰ ਜਿਵੇਂ ਜਿਵੇਂ ਤੁਸੀਂ ਭਗਤੀ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਕਿਉਂਕਿ ਉਹਦੀ ਸ਼ਕਤੀ ਨੂੰ ਸਰੀਰ ਤੇ ਝੱਲੋਗੇ ਨਾ। ਆਪਾਂ ਬੇਹੋਸ਼ ਹੁੰਦੇ ਆ ਜਦੋਂ ਜਾਣੇ ਨੂੰ ਬੇਹੋਸ਼ ਬੰਦਾ ਦੇ ਸਭ ਜੋ ਮਰਜ਼ੀ ਵਾਜਾ ਬੁਝਾਉਣ ਕੀ ਪਤਾ ਲੱਗਣਾ। ਪਰ ਜਾਗਰਤ ਅਵਸਥਾ ਦੇ ਵਿੱਚ ਆਪਾਂ ਜਦੋਂ ਕੋਈ ਚੀਜ਼ ਸੁਣਦੇ ਹਾਂ ਤੇ ਉਹਦਾ ਇਫੈਕਟ ਬਹੁਤ ਹੈ। ਮਤਲਬ ਕੋਈ ਵੀ ਚੀਜ਼ ਆ ਹੁਣ ਆਪਾਂ ਟ੍ਰੇਨ ਵੇਖ ਲਓ ਕੋਈ ਡੇਂਜਰ ਜਗ੍ਹਾ ਥਾਂ ਲੰਘ ਜੇ ਆਪਾਂ ਤੁੱਤੀ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ। ਪਰ ਜਦੋਂ ਆਪਾਂ ਜਾਗਰਤ ਅਵਸਥਾ 'ਚ ਟ੍ਰੇਨ 'ਚ ਬੈਠੇ ਹੋਵਾਂਗੇ ਤੇ ਪੁਲ ਦੇ ਉੱਤੋਂ ਲੰਘ ਤੇ ਸਾਨੂੰ ਪਤਾ ਲੱਗਦਾ ਕਾਫੀ ਡੇਂਜਰ ਜਗ੍ਹਾ। ਬਿਲਕੁਲ
ਇਹੋ ਪਹਾੜਾਂ ਦੇ ਉੱਤੇ ਚੜ੍ਹ ਕੇ ਵੇਖੋ, ਜਦੋਂ ਮੈਂ ਗਿਆ ਸੀ ਨਾ ਮਨਾਲੀ ਗਿਆ ਸੀ, ਕੁਤੂ ਮਨਾਲੀ, ਪਹਾੜਾਂ ਦੀ ਉਚਾਈ ਬਹੁਤ ਸੀ ਉੱਚੀ, ਤੇ ਉਹ ਜਦੋਂ ਅਸੀਂ ਬਾਹਰ ਵੇਖਦੇ ਡਰ ਆਉਂਦਾ ਸੀ। ਇਸੇ ਹੀ ਹਿਸਾਬ ਹੈ ਇਹ ਆਤਮ ਤੱਤ 'ਚ ਜਦੋਂ ਆਪਾਂ ਲੀਨ ਹੁੰਦੇ ਹਾਂ ਨਾ, ਹਜੇ ਤੁਸੀਂ ਹੌਲੀ ਹੌਲੀ ਜਾ ਰਹੇ ਹੋ, ਕਿਉਂਕਿ ਇਹਨੂੰ 2 ਸਾਲ ਮਤਲਬ ਇਹ ਨਹੀਂ ਕਿ ਬ੍ਰਹਮ ਵੀ ਇਹ ਨਹੀਂ ਕਹਿੰਦੇ ਕਿ ਤੁਸੀਂ ਇੱਕਦਮ ਮੇਰੇ ਕੋਲ ਨਹੀਂ ਆਉਣਾ। ਬ੍ਰਹਮ ਤੇ ਕਹਿੰਦਾ ਵਾ ਜਦੋਂ ਮਰਜ਼ੀ ਆ ਜਾਓ, ਪਰ ਸਾਡੀ ਬੋਡੀ ਦੀ ਤਿਆਰੀ ਚਾਹੀਦੀ ਹੈ ਨਾ। ਸਾਡੀ ਬੋਡੀ ਦੀ ਤਿਆਰੀ ਹੋਣ ਨੂੰ 2 ਸਾਲ ਲੱਗ ਜਾਣੇ, ਕਿਉਂਕਿ ਪਰਮਾਤਮਾ ਬਹੁਤ ਸ਼ੁੱਧ ਆ। ਆਪ ਜਸਟ ਸੋਚੋ ਕਿ ਪਰਮਾਤਮਾ ਦੇ ਕੋਲ ਧਰਤੀਆਂ, ਚੰਦ, ਤਾਰੇ ਵੀ ਨਹੀਂ ਜਾ ਸਕਦੇ, ਉੱਥੇ ਟਾਈਮ ਨਹੀਂ ਜਾ ਸਕਦਾ। ਕਿੰਨਾ ਬਰੀਕ ਤੱਤ ਹੋਊਗਾ। ਆਪ ਜਸਟ ਸੋਚੋ, ਇੱਕ ਮਾਮੂਲੀ ਚੀਜ਼ ਥੋੜੀ ਹੈਗੀ ਹੈ। ਉਹਦੇ ਲਈ ਤੁਹਾਡੇ ਸਰੀਰ ਨੂੰ ਤਿਆਰੀ ਚ ਲੰਘਣਾ ਪੈਣਾ। ਇਸੇ ਲਈ ਜਿਹੜਾ ਹੈ ਨਾ, ਬਾਣੀ ਦੇ ਵਿੱਚ ਬਾਰ-ਬਾਰ ਆਪਾਂ ਨੂੰ ਸਮਝਾਇਆ ਕਿ ਸਰੀਰ ਜਿਹੜਾ ਹੈ ਨਾ, ਜਿੱਦਾਂ ਰੂਹ ਨਹੀਂ ਪਿੰਜ ਦੇਈਦਾ ਵੇਲਣੇ ਚ ਪਾ ਕੇ, ਉਸ ਕਿਸਮ ਦੀ ਕਿਰਿਆ ਦੇ ਵਿੱਚ ਲੰਘਦਾ, ਥੋੜਾ ਥੋੜਾ ਕਰਕੇ ਲੰਘਦਾ। ਔਰ ਤੁਸੀਂ ਵੇਖ ਹੀ ਲਓ, ਜਦੋਂ ਤੁਹਾਡੇ ਸਰੀਰ ਚ ਪ੍ਰਾਣ ਐਨਰਜੀ ਪ੍ਰਗਟ ਹੁੰਦੀ ਹੈ ਤੇ ਸਰੀਰ ਦੇ ਵਿੱਚ ਕਿੱਦਾਂ ਉਹ ਪ੍ਰੋਸੈਸ ਸਟਾਰਟ ਹੋ ਜਾਂਦਾ ਹੈ। ਔਰ ਜਿਵੇਂ ਜਿਵੇਂ ਪ੍ਰਾਣ ਊਰਜਾ ਦੀ ਸ਼ਕਤੀ ਵਧਣੀ ਹੈ ਨਾ, ਉਵੇਂ ਸਰੀਰ ਦੇ ਅੰਦਰ ਬਹੁਤ ਜ਼ਿਆਦਾ ਵਾਈਬ੍ਰੇਸ਼ਨ ਪੈਦਾ ਹੁੰਦੀ ਹੈ। ਔਰ ਇੱਕਦਮ ਬੰਦਾ ਕੋਈ ਵੀ ਨਹੀਂ ਬਰਦਾਸ਼ਤ ਕਰ ਸਕਦਾ। ਇਹ ਤੇ ਹੈ ਕਿ ਥੋੜੀ ਜਿਹੀ ਡੋਜ਼ ਅੱਜ ਲਈ, ਥੋੜੀ ਜਿਹੀ ਡੋਜ਼ ਕੱਲ੍ਹ ਲਈ, ਫਿਰ ਡੋਜ਼ਾਂ ਵੱਧਦੀਆਂ ਜਾਂਦੀਆਂ, ਹੌਲੀ ਹੌਲੀ ਕਰਕੇ ਪਹਿਲਾਂ 2 ਮਿੰਟ ਦੀ, 1 ਮਿੰਟ ਦੀ, 4 ਮਿੰਟ ਦੀ ਸਾਨੂੰ ਚੇਤਨ ਸਮਾਧੀ ਮਿਲਦੀ ਹੈ। ਔਰ ਸਮਾਧੀ ਤੋਂ ਵੀ ਅੱਗੇ ਇੱਕ ਪ੍ਰੋਸੈਸ ਹੈ। ਜਿਵੇਂ ਜਿਵੇਂ ਸਾਡੀ ਸਮਾਧੀ ਗਹਿਰੀ ਹੁੰਦੀ ਗਈ ਨਾ, ਤਿਵੇਂ ਤਿਵੇਂ ਇਹ ਜਿਹੜੀ ਪ੍ਰਾਣ ਐਨਰਜੀ ਹੈ, ਇਹਦੀ ਗਤੀ ਵੱਧ ਜਾਣੀ। ਜਿੰਨਾ ਹੀ ਆਪਣੇ ਮਨ ਨੂੰ ਰੋਕ ਲਿਆ ਨਾ, ਜਿੱਦਾਂ ਸਾਡਾ ਮਨ ਗਤੀਹੀਨ ਹੋ ਗਿਆ, ਨਿਰਵਿਚਾਰ ਹੁੰਦੇ ਗਿਆ, ਤਿਵੇਂ ਤਿਵੇਂ ਇਹ ਜਿਹੜੀ ਪ੍ਰਾਣ ਊਰਜਾ ਹੈ, ਜਿਹੜੀ ਪ੍ਰਾਣ ਦਾ ਮਤਲਬ ਇਹ ਨਹੀਂ ਹਵਾ। ਕਈ ਲੋਕ ਕਹਿੰਦੇ ਨਾ ਕਿ ਆਕਸੀਜਨ ਦੀ ਗੱਲ ਕੀਤੀ ਜਾਂਦੀ, ਆਕਸੀਜਨ ਦੀ ਨਹੀਂ ਗੱਲ ਕੀਤੀ, ਪ੍ਰਾਣ ਦੀ ਗੱਲ ਕੀਤੀ ਜਾਂਦੀ। ਪ੍ਰਾਣ ਜਿਹੜਾ ਯੋਗੀਆਂ ਨੇ ਪੁੱਛਿਆ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਕਹਾਂ ਵਸਤ ਹੈ ਪ੍ਰਾਣਾ, ਇਹ ਪ੍ਰਾਣ ਕਿੱਥੇ ਵਸਦੇ ਨੇ? ਹਵਾ ਕਿਹਾ ਉਹਨਾਂ ਨੇ। ਪਵਨ ਕਿੱਥੇ ਵਸਦੀ? ਪਵਨ ਦਾ ਮਤਲਬ ਪ੍ਰਾਣ। ਬਿਲਕੁਲ। ਆ ਜਿਹੜਾ ਵਹਿੰਦੇ ਪਏ ਜੋ ਨੇ, ਇਹ ਪ੍ਰਾਣ ਹੀ ਵਹਿੰਦੇ ਪਏ ਆ। ਆ ਜਿਹੜਾ ਸੁਣਦੇ ਪਏ ਜੀ, ਇਹ ਪ੍ਰਾਣ ਹੀ ਸੁਣਦੇ ਆ। ਆਪ ਤੁਰਦੇ ਪ੍ਰਾਣ ਨਾਲ ਹੀ ਤੁਰਦੇ ਜੋ। ਆਕਸੀਜਨ ਤਾਂ ਸਰੀਰ ਚ ਰਹਿੰਦੀ ਆ, ਪਰ ਜਦ ਤੱਕ ਪ੍ਰਾਣ ਹੈਗਾ ਤਦ ਤੱਕ ਹੀ ਸਾਡਾ ਸਰੀਰ ਚੱਲਦਾ। ਜਦੋਂ ਪ੍ਰਾਣ ਗਏ ਤਾਂ ਸਰੀਰ ਵੀ ਹੋ ਗਿਆ। ਕਿਉਂਕਿ ਇਹਦਾ ਮਤਲਬ ਆਕਸੀਜਨ ਆਪਾਂ ਨਕਲੀ ਵੀ ਦੇ ਸਕਦੇ ਮਸ਼ੀਨ ਲਾ ਕੇ, ਉਹ ਤੇ ਫਿਰ ਉਹ ਗੜਬੜ ਹੋ ਜੂ। ਨਹੀਂ, ਉਹ ਪ੍ਰਾਣ ਉਹਨਾਂ ਚਿਰ ਤੱਕ ਰਹਿਣੇ ਆ ਜਿੰਨਾ ਚਿਰ ਤੱਕ ਇਹਦਾ ਸਰੀਰ ਦੇ ਨਾਲ ਸੰਯੋਗ ਹੈਗਾ। ਔਰ ਜਦੋਂ ਵੀ ਪ੍ਰਾਣਾਂ ਦਾ ਟਾਈਮ ਹੈਗਾ, ਉਹ ਸਰੀਰ ਤੋਂ ਅਲੱਗ ਹੋ ਜਾਣੇ। ਕਿਉਂਕਿ ਪ੍ਰਾਣਾਂ ਦੀ ਚਾਬੀ ਲਾਈ ਹੈ। ਇੱਕ ਵਾਰੀ ਪਹਿਲਾਂ ਵੀ ਆਪਾਂ ਕਥਾ ਕੀਤੀ ਬਾਣੀ ਦੀ। ਉਹ ਕਹਿੰਦੇ ਕਿ 5 ਤੱਤਾਂ ਦਾ ਸਰੀਰ ਤਿਆਰ ਕਰਕੇ ਤੇ ਫਿਰ ਇਹਨੂੰ ਚਾਬੀ ਲਾ ਦਿੱਤਾ, ਚਾਬੀ ਲਾ ਕੇ ਸਟਾਰਟ ਕਰ। ਇਹ ਪ੍ਰਾਣਾਂ ਦੀ ਚਾਬੀ ਨਾਲ ਹੀ ਸਟਾਰਟ ਹੁੰਦਾ। ਤੇ ਇਹ ਜਦੋਂ ਆਪਾਂ ਬਹੁਤ ਗਹਿਰੀ ਸਮਾਧੀ 'ਚ ਚੱਲ ਜਾਂਦੇ ਆ, ਤੁਸੀਂ ਵੇਖੋਗੇ ਨਾ, ਇੰਨੀ ਜ਼ਿਆਦਾ ਕਈ ਵਾਰੀ ਸਮਾਧੀ ਗਹਿਰੀ ਚੱਲ ਜਾਂਦੀ ਨਾ, ਉੱਥੇ ਜਾ ਕੇ ਬਿਲਕੁਲ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ 2, 2.5 ਘੰਟੇ, 3 ਘੰਟੇ ਤੁਹਾਡੇ ਕਦੋਂ ਲੰਘ ਗਏ, ਤੁਹਾਨੂੰ ਪਤਾ ਨਹੀਂ ਲੱਗਦਾ। ਬਹੁਤ ਫਾਸਟ ਟਾਈਮ ਜਾਊ। ਉੱਥੇ ਤੁਹਾਨੂੰ ਟਾਈਮ ਦਾ ਬੋਝ ਨਹੀਂ। ਤੁਸੀਂ ਅੱਖਾਂ ਖੋਲੀਆਂ, ਤੁਹਾਨੂੰ ਤੁਸੀਂ ਵੇਖ ਕੇ ਖੁਦ ਹੀ ਹੈਰਾਨ ਹੋ ਜਾਣਾ ਕਿ 2, 2.5, 3 ਘੰਟੇ ਦੀ ਸਮਾਧੀ ਲੱਗ, ਜਦ ਕਿ ਤੇ 5 ਮਿੰਟ ਬਹਿਣਾ ਔਖਾ। ਉਹ ਮਤਲਬ ਇਹੋ ਹੀ ਹੈ ਕਿ ਜਦੋਂ ਸਾਡੀ ਸੁਰਤੀ ਅਕਾਲ 'ਚ ਚੱਲ ਜਾਂਦੀ ਹੈ ਨੇਚਰ ਸਾਹਿਬ, ਉਹ ਉਦੋਂ ਦਾ ਅਨੁਭਵ ਹੈਗਾ, ਗਹਿਰਾ ਅਨੁਭਵ। ਠੀਕ ਹੈ, ਬਿਲਕੁਲ। ਔਰ ਇਹ ਜਿਹੜੀ ਦੇਖੋ, ਇਹ ਜਿਹੜੇ ਬ੍ਰਹਮ ਗਿਆਨੀਆਂ ਦੀ ਬਾਣੀ ਹੁੰਦੀ ਨਾ, ਇਹ ਬੜੀ ਉੱਚੀ ਬਾਣੀ ਹੁੰਦੀ ਹੈ। ਦੇਖੋ, ਇੱਕ ਚੀਜ਼ ਨੂੰ ਆਪ ਸਿੰਪਲ ਤੌਰ ਤੇ ਸਮਝੋ। ਇੱਕ ਨਦੀ ਆ, ਵੱਡੀ ਪਹਾੜੀ ਨਦੀ, ਵੇਖੋ ਜਾ ਕੇ ਉਹ ਪਾਰ ਥੋੜੀ ਲੰਘ ਸਕਦੇ ਹਾਂ ਆਪਾਂ, ਨਾ ਹੀ ਕਿਸ਼ਤੀ ਲੰਘ ਸਕਦੀ ਉੱਥੋਂ ਦੀ ਪਾਰ। ਉੱਥੇ ਇਹ ਆ ਕਿ ਕੋਈ ਬੰਦਾ ਏਦਾਂ ਦਾ ਹੋਵੇ, ਕੋਈ ਕੰਪਨੀ ਹੋਵੇ, ਉੱਥੇ ਪੁਲ ਬਣਾ ਦੇ। ਠੀਕ ਹੈ ਜੀ ਸਾਹਿਬ? ਬਿਲਕੁਲ। ਨਦੀ ਦੇ ਉੱਤੇ ਇੱਕ ਪੁਲ ਬਣਾ ਦੇ, ਇਹ ਤੇ ਮੇਰੇ ਵਰਗਾ ਵੀ ਲੰਘ ਜੂ, ਫਿਰ 80 ਸਾਲ ਦਾ ਬੁੱਢਾ ਵੀ ਲੰਘ ਜੂ, ਇਹ ਛੋਟਾ ਬੱਚਾ ਵੀ ਲੰਘ ਜੂ, ਉਸ ਦਾ ਕੀੜੀ ਵੀ ਲੰਘ ਜੇ ਜੀ ਸਾਹਿਬ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਪੁਲ ਬਣ ਗਿਆ ਨਾ। ਇਸੇ ਹੀ ਤਰ੍ਹਾਂ ਬ੍ਰਹਮ ਗਿਆਨੀ ਦੀ ਬਹੁਤ ਵੈਲਿਊ ਹੈ ਧਰਤੀ ਤੇ। ਜਦੋਂ ਵੀ ਕੋਈ ਬ੍ਰਹਮ ਗਿਆਨੀ, ਜਿੰਦਾ ਬ੍ਰਹਮ ਗਿਆਨੀ ਦੀ ਮੈਂ ਗੱਲ ਕਰਦਾ, ਜਿੰਦਾ ਜਿਹੜਾ ਜਿੰਦਾ ਵਾ, ਕਿਉਂਕਿ ਉਹ ਬੜੀ ਵੱਡੀ ਗੱਲ ਆ। ਉਹ ਇੱਕ ਪੁਲ ਬਣ ਜਾਂਦਾ ਕਿ ਜਾਂ ਨਦੀ ਪਾਰ ਕਰਨੀ, ਹੁਣ ਮੇਰੇ ਵਰਗੇ ਨੂੰ ਉਹਦੇ ਛੱਲ ਵੱਜੀ ਹੋਈ ਤੇ ਮੈਂ ਪਿੱਛੇ ਆ ਕੇ ਡਿੱਗ ਜਾ। ਕਨੈਕਸ਼ਨ ਕੱਟ ਗਿਆ ਜੀ ਉਹਨਾਂ ਦਾ।
ਅਗਲਾ ਜਿਹੜਾ ਹੈਗਾ ਉਹ ਜਿਹੜਾ ਹੈਗਾ 10ਵੀਂ ਪਾਤਸ਼ਾਹੀ ਦਾ ਸ਼ਬਦ, ਉਹ ਵੀ ਇਸੇ ਦੇ ਬਾਰੇ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਬਾਰੇ, ਕਿਹਦੀ ਪੂਜਾ ਕਰਨੀ ਆ, ਮਾਲਕ ਕੀ ਹੈਗਾ, ਉਹਦੇ ਬਾਰੇ ਆਪਾਂ ਨੂੰ ਗਿਆਨ ਦਿੰਦਾ ਹੈ। ਉਹ ਲੈ ਲਈਏ। ਰਾਗ ਕਲਿਆਣ ਪਾਤਸ਼ਾਹੀ 10ਵੀਂ। ਬਿਨ ਕਰਤਾਰ ਨਾ ਕੀਰਤਮ ਮਾਨੋ, ਕਹਿੰਦੇ ਉਸ ਮਾਲਕ ਪਰਮਾਤਮਾ ਤੋਂ, ਕਰਤਾਰ ਕਹਿੰਦੇ ਆ ਮਾਲਕ ਪਰਮਾਤਮਾ, ਕਰਤਾ ਕਹਿੰਦੇ ਹੋਰ ਕਿਸੇ ਨੂੰ ਕਰਤਾ ਨਾ ਮੰਨੋ, ਨਾ ਹੀ ਕਿਰਤ ਮੰਨੋ ਕਿਸੇ ਨੂੰ। ਬਿਨ ਕਰਤਾਰ ਨਾ ਕੀਰਤਮ ਮਾਨੋ। ਕੀਰਤਮ ਮਤਲਬ ਕੋਈ ਚੀਜ਼, ਬਣੀ ਹੋਈ ਚੀਜ਼ ਜਿਹੜੀ ਦਿਸ ਰਹੀ ਆ, ਕੀਰਤਮ ਥੋੜੀ ਦੇਰ ਰਹਿਣ ਵਾਲੀ। ਕਹਿੰਦੇ ਉਸ ਮਾਲਕ ਪਰਮਾਤਮਾ ਤੋਂ ਇਲਾਵਾ ਜੋ ਕੁਛ ਵੀ ਦਿਸ ਰਿਹਾ ਆ, ਉਸ ਮਾਲਕ ਪਰਮਾਤਮਾ ਤੋਂ ਇਲਾਵਾ ਕੁਛ ਵੀ ਕਿਸੇ ਨੂੰ ਨਾ ਮੰਨੋ। ਭਾਈ ਮਾਲਕ ਕੀ ਹੈਗਾ, ਉਹ ਮਾਲਕ ਕੀ ਹੈਗਾ, ਉਹਦੇ ਵਿੱਚ ਮਾਲਕ ਪਰਮਾਤਮਾ ਦੀ ਸ਼ਕਤੀ ਹੈਗੀ ਆ। ਉਹਦੇ ਨਾਲ ਧੋਖਾ ਨਾ ਖਾਓ। ਦੂਸਰਾ ਤੀਸਰਾ ਜਿਹੜਾ ਹੈਗਾ ਦੋ ਨਾ ਸਮਝੋ। ਇਹ ਸ੍ਰਿਸ਼ਟੀ ਔਰ ਮਾਲਕ ਦੋਨੋਂ, ਇਹ ਸ੍ਰਿਸ਼ਟੀ ਮਾਲਕ ਦਾ ਰੂਪ ਹੈ, ਮਾਲਕ ਦੀ ਰਚਨਾ ਹੈ। ਮਾਲਕ ਨੇ ਬਣਾਈ ਹੈ ਸ੍ਰਿਸ਼ਟੀ। ਮਾਲਕ ਨੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਮਾਇਆ, ਮਾਲਕ ਨੇ ਮਾਇਆ ਬਣਾਈ ਹੈ, ਸ੍ਰਿਸ਼ਟੀ ਬਣਾਈ ਹੋਈ ਹੈ। ਗੁਰਕੀ ਸਾਹਿਬ ਅਸੀਂ ਜਿਹੜੇ ਹੈ ਨਾ ਅਗਲਾ ਸ਼ਬਦ ਲੈ ਰਹੇ ਹਾਂ, ਉਹ ਵੀ ਜਿਹੜਾ ਹੈਗਾ ਬਹੁਤ ਹੀ ਕਮਾਲ ਦਾ ਹੈਗਾ। ਇਸੇ ਉਸ ਜਿਹੜਾ ਆਪਣਾ ਸਬਜੈਕਟ ਦੇ ਉੱਤੇ ਹੈਗਾ। ਰਾਗ ਕਲਿਆਣ ਪਾਤਸ਼ਾਹੀ 10ਵੀਂ। ਬਿਨ ਕਰਤਾਰ ਨਾ ਕੀਰਤਮ ਮਾਨੋ, ਕਹਿੰਦੇ ਉਸ ਮਾਲਕ, ਹਾਂਜੀ, ਉਸ ਮਾਲਕ ਤੋਂ, ਉਸ ਕਰਤਾਰ ਤੋਂ ਬਗੈਰ ਕੋਈ ਵੀ ਚੀਜ਼ ਜਿਹੜੀ ਹੈਗੀ, ਹੋਰ ਕੁਛ ਕੀਰਤਮ ਕੋਈ ਚੀਜ਼ ਹੈ ਹੀ ਨਹੀਂ ਹੈ। ਜੋ ਦਿਸ ਰਿਹਾ ਹੈ ਸਾਰਾ ਉਹ ਛਲ ਹੈਗਾ, ਉਹ ਧੋਖਾ ਹੈਗਾ, ਉਹ ਮਾਇਆ ਹੈਗੀ। ਉਸ ਕਰਤਾਰ ਤੋਂ ਇਲਾਵਾ ਕਿਸੇ ਚੀਜ਼ ਨੂੰ ਨਾ ਮੰਨੋ। ਉਹ ਕਰਤਾਰ ਹੈਗਾ ਹਮੇਸ਼ਾ ਰਹਿਣ ਵਾਲਾ। ਕੌਣ ਹੈਗਾ ਉਹ ਕਰਤਾਰ? ਉਹਦੇ ਕੀ ਗੁਣ ਹੈਗੇ? ਆਦ ਅਜੋਨ, ਕਹਿੰਦੇ ਆਦ ਤੋਂ ਹੈਗਾ, ਹਮੇਸ਼ਾ ਤੋਂ ਹੈਗਾ ਮਾਲਕ ਪਰਮਾਤਮਾ। ਇਹ ਸ੍ਰਿਸ਼ਟੀ ਦੇ ਵੀ ਆਦ ਤੋਂ ਹੈਗਾ, ਸ੍ਰਿਸ਼ਟੀ ਦੇ ਪਹਿਲਾਂ ਤੋਂ ਵੀ ਹੈਗਾ। ਅਜੋਨ ਕਹਿੰਦੇ ਜੂਨਾਂ ਦੇ ਵਿੱਚ ਨਹੀਂ ਆਉਂਦਾ। ਅਜੈ, ਉਹਨੂੰ ਕੋਈ ਜਿੱਤ ਨਹੀਂ ਸਕਦਾ, ਉਹ ਅਜੈ ਹੈਗਾ। ਅਬਿਨਾਸੀ, ਉਹ ਵਿਨਾਸ਼ ਨਹੀਂ ਹੁੰਦਾ ਕਦੀ ਵੀ, ਉਹਦਾ ਉਹ ਨਾਸ਼ ਨਸ਼ਟ ਨਹੀਂ ਹੁੰਦਾ, ਕਦੀ ਵੀ ਨਾਸ਼ ਨਹੀਂ ਹੁੰਦਾ। ਤੈਂ ਪਰਮੇਸ਼ਰ ਜਾਣੋ, ਉਹਨੂੰ ਕਹਿੰਦੇ ਪਰਮੇਸ਼ਰ ਜਾਣੋ, ਉਹਦੀ ਭਗਤੀ ਕਰਨੀ ਹੈ ਭਾਈ। ਬਿਨ ਕਰਤਾਰ ਨਾ ਕੀਰਤਮ ਮਾਨੋ, ਕੀਰਤਮ ਨੂੰ ਨਹੀਂ ਮੰਨੋ ਭਾਈ। ਜੋ ਕੀਤਾ ਹੋਇਆ ਆ ਉਹ ਕਰਤਾ ਨਹੀਂ ਹੈਗਾ, ਜਿਹੜਾ ਕੀਤਾ ਹੋਇਆ ਆ। ਕਰਤਾ ਉਹ ਮਾਲਕ ਪਰਮਾਤਮਾ ਹੈ, ਜਿਹਨੇ ਕੀਤਾ ਹੈਗਾ, ਜਿਹਨੇ ਸੰਸਾਰ ਸਾਰਾ ਇਹ ਕੀਰਤਮ ਹੈਗਾ। ਉਹ ਮਾਲਕ ਪਰਮਾਤਮਾ ਕਰਤਾ ਹੈਗਾ। ਬਿਨ ਕਰਤਾਰ ਨਾ ਕੀਰਤਮ ਮਾनो, आद अजोन अजय अविनाशी तेह परमेश्वर जानो रहाओ। कहाँ पे हो जो आन जगत में दसक असुर हर काए। कहते की हो गया जे संसार दे विच आके कोई शक्ति आ गई, विष्णु वर्गे अपने आप नूं हरि कह रहा है विष्णु, कहते वो शक्ति आ गई। उन्हें आके जिहड़ा हैगा 10 जिहड़े हैगे 10 असुर जिहड़े हैगे उन्हें जिहड़ा हैगा घात करती। जे 10 जिहड़े राक्षसां नूं मार दिता विष्णु ने। अधिक परपंच दिखाए सबन कह आपे ब्रह्म कहाए। बड़ा जिहड़ा हैगा दुनिया दे विच आके जिहड़ा हैगा अपनी शक्ति दिखाई ते दिखा के जिहड़ा हैगा आप ही जिहड़ा हैगा परमात्मा अखाउण लग पिया, आप ही कहण लग पिया मैं ब्रह्म है मेरी पूजा करो। अधिक हाले भी देख लो विष्णु की पूजा हो रही है, ब्रह्मा की हो रही है, शिव जी की हो रही है। अधिक परपंच दिखाए, गुरु गोबिंद सिंह कह रहे हैं भाई अधिक परपंच दिखाए सबन कह आपे ब्रह्म कहाए। कहते आप ही अपने आप नूं ब्रह्म दिखाउण लग गए अपनी शक्ति दिखा के। पंजन घड़न समर्थ सदा प्रभ सो किम जात गिनायो। कहते वो मालक परमात्मा जिहदा कम जिहदा जे अपने आप नूं मालक कह रहा वो बंदा वो जिहड़ा हैगा वो शक्ति वो विष्णु। कहते पंजन करण समर्थ सदा प्रभ। कहते मालक परमात्मा तो भनन वाला है और दोबारा बनाउण वाला है। आत्मा नूं आत्मा जिहड़ा हैगा
ਜੀਵ ਬਣਾ ਕੇ ਸਰੀਰ ਬਣਾ ਦਿੰਦਾ ਹੈ, ਫਿਰ ਘੜ ਦਿੰਦਾ ਹੈ, ਫਿਰ ਜਿਹੜਾ ਹੈਗਾ ਤੋੜ ਦਿੰਦਾ ਹੈ। ਉਹ ਤਾਂ ਸਮਰੱਥ ਹੈਗਾ। ਸੋ ਕਿਮ ਜਾਤ ਗਿਨਾਇਓ, ਕਿਵੇਂ ਕਹਿਤਾ ਕਿ ਉਹ ਜਿਹੜਾ ਹੈਗਾ ਜੂਨਾਂ ਦੇ ਵਿੱਚ, ਜਾਤਾਂ ਦੇ ਵਿੱਚ ਆਊਗਾ ਉਹ ਮਾਲਕ ਪਰਮਾਤਮਾ, ਵਿਸ਼ਨੂੰ ਦੇ ਰੂਪ ਦੇ ਵਿੱਚ ਆਊਗਾ ਉਹ ਮਾਲਕ ਪਰਮਾਤਮਾ। ਪੰਜਨ ਘੜਨ ਸਮਰੱਥ ਸਦਾ ਪ੍ਰਭ, ਸੋ ਕਿਮ ਜਾਤ ਗਿਨਾਇਓ। ਤਾਂ ਤੇ ਸਰਬ ਕਾਲ ਕੇ ਅਸ ਕੋ ਕਾਏ ਬਚਾਏ ਨਾ ਆਇਓ। ਫਿਰ ਦੱਸਦੇ ਪਾਏ ਵਿਸ਼ਨੂੰ ਨੂੰ, ਫਿਰ ਵਿਸ਼ਨੂੰ ਜਿਹੜਾ ਹੈਗਾ ਕਿਵੇਂ, ਜਿਹੜਾ ਵਿਸ਼ਨੂੰ ਦਾ ਸਰੀਰ ਨਸ਼ਟ ਹੋ ਗਿਆ। ਸਰਬ ਕਾਲ ਜਿਹੜਾ ਹੈਗਾ, ਮਹਾਕਾਲ ਜਿਹੜਾ ਹੈਗਾ, ਮਹਾਕਾਲ ਨੇ ਕਿਵੇਂ, ਮਹਾਕਾਲ ਨੇ ਅਸ ਕਹਿੰਦੇ ਤਲਵਾਰ, ਮਹਾਕਾਲ ਦੀ ਤਲਵਾਰ ਤੋਂ ਕਿਵੇਂ ਨਹੀਂ ਉਹ ਬਚ ਪਾਇਆ। ਫਿਰ ਉਹ ਅਬਿਨਾਸੀ ਤਾਂ ਨਹੀਂ ਹੋਇਆ, ਉਹ ਤਾਂ ਵਿਨਾਸ਼ ਹੋ ਗਿਆ ਉਹਦਾ ਸਰੀਰ ਦਾ। ਤਾਂ ਤੇ ਸਰਬ ਕਾਲ ਕੇ ਅਸ ਕੋ ਕਾਏ ਕਹਿੰਦੇ ਆ ਉਹਦੇ ਘਾਵ ਨੂੰ, ਤਲਵਾਰ ਦੇ ਵਾਰ ਤੋਂ ਬਚਾਏ ਨਾ ਆਇਓ। ਕਾਲ ਦੀ ਤਲਵਾਰ ਤੋਂ ਤਾਂ ਨਹੀਂ ਬਚ ਸਕਿਆ। ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ। ਦੱਸ ਭਾਈ, ਕੈਸੇ ਤੋਹੇ ਤਾਰ ਹੈ, ਤੈਨੂੰ ਕਿਵੇਂ ਤਾਰੂਗਾ ਜਿਹੜਾ ਆਪ ਹੀ ਡੁੱਬ ਗਿਆ ਭਵ ਸਾਗਰ ਦੇ ਵਿੱਚ। ਇਹ ਇਸ ਤਰ੍ਹਾਂ ਜਿਹੜਾ ਹੈਗਾ ਕੋਈ ਦੇਵਤਾ ਜਿਹੜਾ ਹੈਗਾ ਉਹਦੇ ਵਰਗਾ ਕੋਈ ਜਿਹੜਾ ਹੈਗਾ। ਕੈਸੇ ਤੋਹੇ ਤਾਰ ਹੈ ਸੁਨ ਜੜ, ਜੜ ਕਹਿੰਦੇ ਮੂਰਖ ਨੂੰ। ਆ ਗੱਲ ਸਮਝ ਲੈ, ਤੇਰੇ ਪੱਲੇ ਨਹੀਂ ਬੈਠਦੀ ਵੀ ਕਿਹਦੀ ਭਗਤੀ ਕਰਨੀ ਆ। ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ। ਆਪ ਤਾਂ ਇਹ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਗਿਆ, ਉਹ ਤੈਨੂੰ ਕਿਵੇਂ ਤਾਰ ਦੂਗਾ। ਇਹ ਜਿਹਾ ਜਿਹੜਾ ਹੈਗਾ ਐਰੇ ਗਹਿਰੇ ਨੱਥੂ ਖੈਰੇ ਨੂੰ ਤੂੰ ਜਿਹੜਾ ਹੈਗਾ ਬਣਾ ਲੈ ਪਰਮਾਤਮਾ, ਮਿੱਥ ਦੇਂਗਾ। ਤੇ ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ। ਛੁਟੋ ਕਾਲ ਫਾਂਸ ਤੇ ਤਬ ਹੀ ਗਹੋ ਸਰਨ ਜਗਤਾਗਰ। ਕਾਲ ਦੀ ਫਾਹੀ ਤੋਂ ਤਦ ਹੀ ਛੁੱਟ ਸਕਦਾ ਆ ਜੇ ਤੂੰ ਜਗਤਾਗਰ, ਜਗਤ ਦਾ ਜਿਹੜਾ ਹੈਗਾ ਮਾਲਕ, ਉਹ ਮਾਲਕ ਪਰਮਾਤਮਾ ਉਹਦੀ ਸ਼ਰਨ ਦੇ ਵਿੱਚ ਆਏਗਾ, ਉਸ ਮਾਲਕ ਦੀ ਭਗਤੀ ਕਰੇਗਾ, ਤਾਂ ਤੂੰ ਇਸ ਸੰਸਾਰ ਤੋਂ ਛੁੱਟ ਸਕਦਾ ਹੈ ਭਾਈ। ਜਿਹੜਾ ਵੀ ਦੁਨੀਆ ਦੇ ਵਿੱਚ ਆਇਆ ਆ, ਜਿਹਨੇ ਵੀ ਜਨਮ ਲਿਆ ਆ, ਉਹ ਮਾਲਕ ਨਹੀਂ ਹੋ ਸਕਦਾ। ਹਾਂਜੀ ਵੀਰ ਜੀ। गोरखी साहब मतलब फिर कनेक्शन कट गया जी अज। अपने गिल साहब तुसी जे कुछ कहना थे। हाँ जी वीर जी, राग कल्याण पातशाही 10वीं। बिन करतार न किरत मानो, आद अजून अजय अविनाशी ते परमेश्वर जानो। हाँ जी हाँ जी। ਵੀਰ ਜੀ ਇਹ ਜਿਹੜੀ ਤੁਕ ਹੈ ਇਹ ਆਲਮੋਸਟ ਆਪਣੇ ਬੱਚੇ ਉਹਨਾਂ ਨੇ ਗੋਦੀ 'ਚ ਬਿਠਾਏ ਨਾ। हाँ ਵੀਰ जी आपका माइक बंद कर लियो जी। मैं देख जयदीप जी, जयदीप जी है कोई माइक करते अपना बंद। मैं करता जी, पता नहीं कितना पता नहीं हो गया जी, हो गया। हाँ जी हाँ जी। ਇਹ ਜੀ ਆਪਣੇ ਜਿਹੜੀਆਂ ਇਹ ਤੁਕ ਹੈਗੀ ਇਹ ਬਿਲਕੁਲ ਆਪਣੇ ਮੂਲ ਮੰਤਰ ਦੇ ਨਾਲ ਮੇਲ ਜੋਲ ਖਾਂਦੀ ਹੈ ਜੀ। ਜਿਵੇਂ ਗੁਰੂ ਸਾਹਿਬ ਕਹਿ ਰਹੇ ਨੇ, ਬਿਨ ਕਰਤਾਰ ਨ ਕਿਰਤ ਮਾਨੋ, ਵੀ ਅਕਾਲ ਪੁਰਖ ਵਾਹਿਗੁਰੂ ਹੀ ਕਰਤਾ ਪੁਰਖ ਹੈ, ਹੋਰ ਕਿਸੇ ਨੂੰ ਨਹੀਂ ਮੰਨਣਾ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਵਿੱਚੋਂ ਹੀ ਜਿਹੜੀ ਕਿਰਤ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੇ ਵਿੱਚੋਂ ਹੀ ਨਿਕਲੀ ਹੈ ਔਰ ਉਹਦੇ ਵਿੱਚ ਹੀ ਆਖਰ ਸਮਾ ਜਾਂਦੀ ਹੈ। ਹਾਂ ਬਿਲਕੁਲ ਸਹੀ ਹੈ। ਔਰ ਕਿਰਤ ਜਿਹੜੀ ਹੈਗੀ ਕਰਤਾ ਨਹੀਂ ਹੋ ਸਕਦੀ। ਹਾਂਜੀ, ਕਿਰਤ ਨੂੰ ਨਹੀਂ ਤੁਸੀਂ ਮੰਨ ਸਕਦੇ ਕਿਉਂਕਿ ਕਿਰਤ ਅਕਾਲ ਪੁਰਖ ਨੇ ਬਣਾਈ ਹੈ। ਕਿਰਤ ਕਿਸੇ ਦੀ ਕਿਰਤ ਅਕਾਲ ਪੁਰਖ ਨੇ ਬਣਾਈ ਕਰਕੇ, ਇਸ ਕਰਕੇ ਅਕਾਲ ਪੁਰਖ ਕਰਤਾ ਹੈ ਕਿਰਤ ਦਾ। ਬਿਲਕੁਲ। ਆਦ ਅਜੂਨ ਅਜੇ ਅਵਿਨਾਸੀ ਤੇ ਪਰਮੇਸ਼ਰ ਜਾਨੋ। ਹਾਂਜੀ, ਮੁੱਢ ਤੋਂ ਸਾਰੇ ਇਹ ਆਕਾਰ ਬਣਨ ਤੋਂ ਪਹਿਲਾਂ ਜਿਹੜੀ ਸ਼ਕਤੀ ਸੀ ਉਹ ਅਜੂਨ, ਉਹ ਜੂਨਾਂ ਦੇ ਵਿੱਚ ਨਹੀਂ ਆਉਂਦੀ, ਤੇ ਅਜੇ ਅਵਿਨਾਸੀ। ਅਜੇ ਮਤਲਬ ਉਹਨੂੰ ਕੋਈ ਜਿੱਤ ਨਹੀਂ ਸਕਦਾ। ਅਵਿਨਾਸੀ ਤੇ ਉਹਦਾ ਨਾਸ਼ ਨਹੀਂ ਹੁੰਦਾ। ਜਿਹੜੀ ਚੀਜ਼ ਦਾ ਨਾਸ਼ ਨਹੀਂ ਹੁੰਦਾ, ਜਿਹੜੀ ਇਹ ਆਕਾਰ ਬਣਨ ਤੋਂ ਪਹਿਲਾਂ ਸੀਗੀ, ਉਹ
ਉਹ ਅਕਾਲ ਪੁਰਖ ਵਾਹਿਗੁਰੂ ਹੈ, ਉਸ ਨੂੰ ਮੰਨਣਾ ਹੈ। ਹਾਂ, ਬਿਲਕੁਲ ਸਹੀ ਹੈ ਜੀ। ਔਰ ਇਹਦੇ ਵਿੱਚ ਦੇਖ ਲਓ ਫਿਰ ਵਿਸ਼ਨੂੰ ਜੀ ਦੀ ਉਹਨਾਂ ਨੇ ਐਗਜ਼ਾਮਪਲ ਦੇ ਕੇ ਦੱਸਿਆ ਹੈ ਮਹਾਰਾਜ ਨੇ ਵੀ ਉਹਨਾਂ ਨੇ ਵਿਸ਼ਨੂੰ ਦੀ ਸ਼ਕਤੀ, ਵਿਸ਼ਨੂੰ ਰੂਪ ਦੇ ਵਿੱਚ ਸ਼ਕਤੀ ਭੇਜੀ। ਉਹਨਾਂ ਨੇ 10 ਜਿਹੜੇ ਹੈਗੇ ਦੈਤ ਜਿਹੜੇ ਮਾਰ ਦਿੱਤੇ। ਕਹਾ ਵੇ ਜੋ ਆਨ ਜਗਤ ਮੇਂ 10 ਅਸੁਰ ਹਰ ਕਾਏ। ਹਾਂ, ਔਰ ਉਹਨਾਂ ਨੇ ਜਿਹੜਾ ਹੈਗਾ अधिक परपंच दिखाए सबन के आपे ब्रह्म कहा है। इस तरह शक्ति दिखा के परपंच दिखा के जिहड़ा हैगा उन्होंने संसार दे विच अपने आप नूं जिहड़ा हैगा करता अखवाउण लग पे, ब्रह्म अखवाउण लग पे। कहंदे पंजन कड़न समर्थ सदा प्रभ सो किम जात गिनायो। कहंदे वो मालिक परमात्मा तां जिहड़ा हैगा पंजन करना है, वो सारे शरीर बना दिंदा है फिर तोड़ दिंदा है। ਉਹਨੂੰ ਕਿਵੇਂ ਕਹਿ ਸਕਦੇ ਹਾਂ ਆਪਾਂ ਜਿਹੜਾ ਹੈਗਾ ਉਹ ਜਾਤ ਦੇ ਵਿੱਚ ਜਿਹੜਾ ਹੈਗਾ ਸਰੀਰ ਦੇ ਵਿੱਚ ਜਿਹੜਾ ਹੈਗਾ ਇੱਕ ਪਾਰਟਿਕੂਲਰ ਕੈਟੇਗਰੀ ਦੇ ਵਿੱਚ ਦੁਨੀਆ ਦੇ ਵਿੱਚ ਆਏਗਾ ਭਾਈ ਵਿਸ਼ਨੂੰ ਵਰਗਾ ਕੋਈ ਇਸ ਤਰ੍ਹਾਂ ਜਿਹੜਾ ਹੈਗਾ ਉਹਨੂੰ ਮਾਲਕ ਪਰਮਾਤਮਾ ਦਾ ਦਰਜਾ ਕਿਵੇਂ ਦੇ ਸਕਦੇ ਹਾਂ ਆਪਾਂ। ਤਾਂ ਤੇ ਸਰਬ ਕਾਲ ਕੇ ਅਸ ਕੋ ਕਾਏ ਬਚਾਏ ਨਾ ਪਾਇਓ ਆਇਓ। ਕਹਿੰਦੇ ਜੇ ਫਿਰ ਉਹ ਅਕਾਲ ਹੈਗਾ, ਜੇ ਅਬਨਾਸੀ ਹੈਗਾ, ਅਜੈ ਹੈਗਾ ਤੇ ਫਿਰ ਉਹ ਕਾਲ ਨੇ ਕਿਉਂ ਖਾ ਲਿਆ ਉਹਨੂੰ? ਹੁਣ ਕਿਉਂ ਨਹੀਂ ਹੈਗਾ ਉਹ ਵਿਸ਼ਨੂੰ? ਹੁਣ ਕਿਉਂ ਨਹੀਂ ਹੈਗਾ? ਜਿੰਨੇ ਵੀ ਦੇਵਤੇ ਹੋਏ ਆ ਸਾਰੇ ਦੇ ਸਾਰੇ ਹੁਣ ਕਿਉਂ ਨਹੀਂ ਹੈਗੇ? ਹੁਣ ਕਿਉਂ ਨਹੀਂ ਉਹਨਾਂ ਦਾ ਸਰੀਰ ਜਿਹੜਾ ਹੈਗਾ ਹੁਣ ਕਿਉਂ ਨਹੀਂ ਹੈਗਾ? ਕਾਲ ਨੇ ਕਿਉਂ ਖਾ ਲਿਆ? ਕਾਲ ਦੇ ਵਾਰ ਤੋਂ ਕਿਉਂ ਆਪਣੇ ਆਪ ਨੂੰ ਨਹੀਂ ਬਚਾ ਸਕੇ? ਹਾਂਜੀ ਗਿੱਲ ਸਾਹਿਬ। ਹਾਂਜੀ ਵੀਰ ਜੀ, ਆਪਣੇ ਤੁਸੀਂ ਜਿਵੇਂ ਫਰਮਾਇਆ ਹੈ ਵੀ ਵਿਸ਼ਨੂੰ ਵਰਗੇ ਜਾਂ ਆਪਣੇ ਸ਼ਿਵ ਜੀ ਔਰ ਬ੍ਰਹਮਾ ਉਹਨਾਂ ਨੂੰ ਆਪਣੀ ਦੁਨੀਆ ਪੂਜਦੀ ਆ, ਪਰ ਉਹ ਵੀ ਇੱਕ ਕਿਰਤ ਹੀ ਹਨ ਜਿਹੜੇ ਕਿ ਪ੍ਰਮਾਤਮਾ ਅਕਾਲ ਪੁਰਖ ਨੇ ਬਣਾਏ ਹਨ ਤੇ ਉਹ ਵੀ ਸਦਾ ਨਹੀਂ ਰਹਿ ਸਕਦੇ। ਉਹ ਹੁਣ ਸਰੀਰਕ ਤੌਰ ਤੇ ਨਹੀਂ ਹਨ ਤੇ ਇਸ ਕਰਕੇ ਜਿਹੜਾ ਆਕਾਰ ਹੈ ਆਪਾਂ ਆਕਾਰ ਦੇ ਨਾਲ ਨਹੀਂ ਜੁੜਨਾ, ਆਪਾਂ ਨਿਰਾਕਾਰ ਦੇ ਨਾਲ ਜੁੜਨਾ ਹੈ। ਨਿਰਾਕਾਰ ਦੇ ਵਿੱਚੋਂ ਹੀ ਸਾਰੀ ਚੀਜ਼ ਪੈਦਾ ਹੁੰਦੀ ਹੈ ਤੇ ਇੱਕ ਦਿਨ ਖਤਮ ਹੋ ਜਾਂਦੀ ਹੈ। ਸਾਇੰਸ ਵੀ ਇਹੀ ਕਹਿ ਰਹੀ ਆ ਵੀ ਇਹ ਜਿਹੜਾ ਆਕਾਰ ਹੈ ਇਹਦਾ ਕੋਈ ਸਮਾਂ ਹੈ, ਕਿਸੇ ਸਮੇਂ ਤੋਂ ਇਹ ਬਣਿਆ ਹੈ ਔਰ ਪਾਸ ਦੇ ਵਿੱਚ ਇਹ ਖਤਮ ਵੀ ਹੋਇਆ ਹੈ। ਇਸੇ ਤਰ੍ਹਾਂ ਹੀ ਜਿਹੜਾ ਇਹ ਆਕਾਰ ਹੈ, ਇਹ ਸੂਰਜ, ਚੰਦ, ਤਾਰੇ ਇਹ ਵੀ ਇੱਕ ਦਿਨ ਖਤਮ ਹੋ ਜਾਣਗੇ। ਹਾਂਜੀ ਬਿਲਕੁਲ ਠੀਕ ਹੈ ਜੀ। ਔਰ ਇਹ ਅੱਲਾ ਅਕਾਲ ਪੁਰਖ ਵਾਹਿਗੁਰੂ ਹੀ ਹੈਗਾ ਤੇ ਪਹਿਲੇ ਪਾਤਸ਼ਾਹ ਵੀ ਉਹਨਾਂ ਨੇ ਵੀ ਅਰਬਦ ਨਰਬਦ ਧੰਦੂਕਾਰਾ ਇਸ ਤਰੀਕੇ ਦੀ ਉਹਨਾਂ ਨੇ ਵੀ ਦੱਸਿਆ ਹੈ ਵੀ ਜਗਤ ਤੋਂ ਪਹਿਲਾਂ ਪਰਮਾਤਮਾ ਹੀ ਸੀ, ਜਗਤ ਜਦੋਂ ਖਤਮ ਹੋ ਜਾਂਦਾ ਉਸ ਤੋਂ ਬਾਅਦ ਹੀ ਪਰਮਾਤਮਾ ਹੀ ਰਹਿੰਦਾ ਹੈ, ਹੋਰ ਸਾਰਾ ਕੁਝ ਨਸ਼ਟ ਹੋ ਜਾਂਦਾ ਹੈ। ਹਾਂ, ਪਰਮਾਤਮਾ ਸ਼ਕਤੀ ਦੇ ਸਕਦਾ ਹੈ, ਸ਼ਕਤੀ ਜ਼ਿਆਦਾ ਤੋਂ ਜ਼ਿਆਦਾ ਵੀ ਸ਼ਕਤੀ ਦੇ ਸਕਦਾ ਹੈ, ਅਵਤਾਰ ਹੋ ਸਕਦੇ ਆ, ਪਰ ਜਿਹੜਾ ਹੈਗਾ ਪਰਮਾਤਮਾ ਨਹੀਂ ਕਹਾ ਸਕਦੇ ਭਾਈ। ਆਹ ਗੱਲ ਹੈਗੀ। ਉਹਨਾਂ ਨੂੰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਵੱਲੋਂ ਵਰਗੇ ਜਿਹੜੇ ਹੈਗੇ ਨਾ ਅਜੈ ਹੈਗੇ, ਨਾ ਅਬਨਾਸੀ ਹੈਗੇ ਆ, ਔਰ ਅਜੋਨ ਵੀ ਨਹੀਂ ਹੈਗੇ। ਇਸ ਕਰਕੇ ਆਖਰੀ ਦੇ ਵਿੱਚ ਮਹਾਰਾਜ ਦੱਸ ਰਹੇ ਕੈਸੇ ਤੋਹੇ ਤਾਰ ਹੈ ਸੁਨ ਜੜ। ਕਹਿੰਦੇ ਤੂੰ ਗੱਲ ਸਮਝ ਲਾ ਮੇਰੀ, ਤੂੰ ਸਮਝ ਨਹੀਂ ਰਿਹਾ, ਜੜ ਹੈ ਤੂੰ। ਕਹਿੰਦੇ ਕੈਸੇ ਤੋਹੇ ਤਾਰ ਹੈ ਸੁਨ ਜੜ। ਕਹਿੰਦੇ ਕਿਸ ਤਰ੍ਹਾਂ ਤੈਨੂੰ ਕਿਵੇਂ ਤਾਰ ਦੇਣਗੇ ਦੱਸ, ਜੇ ਤੈਨੂੰ ਉਹ ਕਿਵੇਂ ਤਾਰ ਸਕਦਾ ਹੈ? ਸੁਨ ਜੜ ਆਪ ਡੁੱਬਿਓ ਭਵ ਸਾਗਰ, ਜਿਹੜਾ ਆਪ ਹੀ ਖੁਦ ਡੁੱਬਿਆ ਹੋਇਆ ਹੈ ਸੰਸਾਰ ਸਮੁੰਦਰ ਦੇ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ। ਤੂੰ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਆਕਾਰ ਦੇ ਵਿੱਚ ਜਿਹੜਾ ਗੁਰੂ ਕਰ ਰਿਹਾ ਹੈ, ਇੱਥੇ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੈਨੂੰ ਕਿਵੇਂ? ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਆਪਾਂ ਕਿਹੜੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਆਪਾਂ ਨੂੰ ਤਾਂ ਪਤਾ ਹੀ ਨਹੀਂ ਆਪਾਂ ਕਿਹੜੇ ਬ੍ਰਹਮ ਗਿਆਨੀ ਹੈਗੇ, ਜਿਹੜਾ ਆਪਾਂ ਨੂੰ ਪਤਾ ਲੱਗ ਜੂਗਾ ਫਲਾਨਾ ਬੰਦਾ ਜਿਹੜਾ ਹੈਗਾ ਇਹ ਬ੍ਰਹਮ ਗਿਆਨੀ ਹੈਗਾ ਭਾਈ। ਆਪਣੇ ਕੋਲ ਕਿਹੜਾ ਜਿਹੜਾ ਹੈਗਾ ਮੈਗਨੇਟ ਹੈਗਾ ਜਿਹਦੇ ਨਾਲ ਆਪਾਂ ਜਿਹੜੇ ਹੈਗੇ ਪਰਖ ਲਵਾਂਗੇ, ਕਿਹੜੀ ਕਸੌਟੀ ਦੇ ਨਾਲ ਪਰਖ ਲਵਾਂਗੇ ਆਪਾਂ। ਇਸ ਕਰਕੇ ਉਸ ਮਾਲਕ ਪਰਮਾਤਮਾ ਦੀ ਭਗਤੀ ਜਿਹੜੀ ਹੈਗੀ ਆ, ਜਿਹਦੇ ਗੁਣ ਦੱਸੇ ਆ ਮਾਲਕ ਪਰਮਾਤਮਾ ਦੇ, ਕਹਿੰਦੇ ਉਹ ਅਜੈ ਹੈ, ਅਬਨਾਸੀ ਹੈਗਾ, ਅਜੋਨ ਹੈਗਾ। ਬਾਕੀ ਕੈਸੇ ਤੋਹੇ ਤਾਰ ਹੈ ਸੁਨ ਜੜ ਆਪ ਡੁੱਬਿਓ ਭਵ ਸਾਗਰ। ਜਿਹੜਾ ਆਪ ਹੀ ਭਵ ਸਾਗਰ ਦੇ ਵਿੱਚ ਡੁੱਬਿਆ ਹੋਇਆ ਆ, ਉਹ ਤੈਨੂੰ ਕਿਵੇਂ ਤਾਰ ਦਊਗਾ?
छुठो काल काल फास्ते तब ही गहो शरण जगतागर। हे मेरे प्यारिया, तू काल दे जाल तो, काल दी फास तो, ਇਹ ਸੰਸਾਰ ਸਮੁੰਦਰ ਤੋਂ, ਜਨਮ ਮਰਨ ਤੋਂ ਤਦ ਹੀ ਛੁੱਟ ਸਕਦਾ ਆ। ਪ੍ਰਕਿਰਤੀ ਦੀ ਜਕੜ ਤੋਂ ਤਦ ਹੀ ਛੁੱਟ ਸਕਦਾ ਆ ਜੇ ਉਸ ਮਾਲਕ ਪਰਮਾਤਮਾ ਦੀ, ਜਗਤ ਦੇ ਈਸ਼ਵਰ, ਜਗਤ ਨੂੰ ਤਾਰਨ ਵਾਲੇ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾਏਗਾ। ਤੇ ਸੰਸਾਰ ਨੂੰ ਪੈਦਾ ਕਰਨ ਵਾਲਾ, ਜਗਤਾਗਰ, ਜਗਤ ਨੂੰ ਬਣਾਉਣ ਵਾਲਾ, ਉਹਦੀ ਸ਼ਰਨ 'ਚ ਜਾਏਗਾ ਤਾਂ ਹੀ ਛੁੱਟ ਸਕਦਾ ਹੈ, ਜੇ ਉਹਦੀ ਭਗਤੀ ਕਰੇਗਾ। ਹਾਂਜੀ ਗਿਲ ਸਾਹਿਬ। ਹਾਂਜੀ ਵੀਰ ਜੀ, ਬਿਲਕੁਲ ਤੁਸੀਂ ਜਿਵੇਂ ਕਹਿ ਰਹੇ ਹੋ ਜੀ, ਗੁਰੂ ਸਾਹਿਬ ਨੇ ਆਸਾ ਦੀ ਵਾਰ ਦੇ ਵਿੱਚ ਹੀ ਇੱਕ ਤੁਕ ਮੈਨੂੰ ਯਾਦ ਆ ਗਈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ, ਕਰ ਆਸਣ ਡਿਠੋ ਜਾਓ। ਅਕਾਲ ਪੁਰਖ ਵਾਹਿਗੁਰੂ ਨੇ ਆਪ ਨੂੰ, ਗੁਰੂ ਸਾਹਿਬ ਕਹਿੰਦੇ ਆ, ਆਪ ਨੂੰ ਬਣਾਇਆ ਤੇ ਫਿਰ ਉਹਨੇ ਆਪ ਦੇ ਨਾਮ ਦੀ ਸ਼ਕਤੀ ਪੈਦਾ ਕੀਤੀ। ਤੇ ਦੂਸਰੀ ਚੀਜ਼ ਬੇਸਿਕਲੀ ਆਕਾਰ ਮਾਇਆ, ਫਿਰ ਉਹਨੂੰ ਬਣਾ ਕੇ ਅਕਾਲ ਪੁਰਖ ਵਾਹਿਗੁਰੂ ਉਹਦੇ ਵਿੱਚ ਹੀ ਰਚ ਗਿਆ, ਉਹਦੇ ਵਿੱਚ ਹੀ ਬੈਠਾ ਹੈ। ਇਸ ਕਰਕੇ ਹੀ ਹਮੇਸ਼ਾ ਆਪਣੇ ਵਿਆਖਿਆ ਦੇ ਵਿੱਚ ਆਉਂਦਾ ਹੈ ਵੀ ਆਪਾਂ ਪਾਰਟ ਆਫ ਹੈਗੇ ਆ ਅਕਾਲ ਪੁਰਖ ਵਾਹਿਗੁਰੂ ਦੇ, ਕਿਉਂਕਿ ਆਪਾਂ ਇਹਦੇ ਵਿੱਚੋਂ ਹੀ ਪੈਦਾ ਹੋਏ ਹਾਂ ਤੇ ਇੱਕ ਦਿਨ ਇਹਦੇ ਵਿੱਚ ਹੀ ਲੀਨ ਹੋ ਜਾਂਦੇ ਹਾਂ। ਪਰ ਆਪਾਂ ਇਸ ਤਰੀਕੇ ਨਾਲ ਸਮਝਦੇ ਨਹੀਂ ਗੇ। ਤੇ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ ਜਿਹੜਾ ਆਪਾਂ ਨੂੰ ਪਾਰ ਕਰ ਸਕਦਾ ਹੈ। ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ, ਛੁਟਿਓ ਕਾਲ ਫਾਸਤੇ ਤਬ ਹੀ ਗਹੋ ਸ਼ਰਨ ਜਗਤਾਗਰ। ਸੋ ਆਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਹੀ ਸ਼ਰਨ ਲੈਣੀ ਚਾਹੀਦੀ ਹੈ ਤੇ ਹੋਰ ਇੱਧਰ ਉੱਧਰ ਆਪਾਂ ਨੂੰ ਨਹੀਂ ਭੱਜਣਾ ਚਾਹੀਦਾ। ਗਿਆਨ ਲੈ ਕੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਜਾ ਕੇ ਧਿਆਨ ਸਿਮਰਨ ਕਰਨਾ ਚਾਹੀਦਾ ਹੈ, ਜੋ ਆਪਾਂ ਨੂੰ ਗੁਰਕੀ ਸਾਹਿਬ ਦੱਸ ਰਹੇ ਨੇ ਹਮੇਸ਼ਾ। ਇਹੀ ਇੱਕ ਤਰੀਕਾ ਹੈਗਾ ਭਵਸਾਗਰ ਤੋਂ ਤਰਨ ਦਾ। ਹਾਂਜੀ ਬਿਲਕੁਲ ਸਹੀ ਹੈ ਜੀ। ਔਰ ਅੱਜ ਦੀ ਆਪਾਂ ਇੱਥੇ ਹੀ ਸੰਕੋਚਦੇ ਹਾਂ ਜੀ। ਅਰਦਾਸ।